श्री गुरु रामदास गुण गावो। श्री अर्जन विघ्नन के नाशक, विघ्नन के नाशक। हर गोबिंद शुभ सुमत प्रकाशक। श्री हर राय नमो कर जोरी, नमो कर जोरी। गुर हर कृष्ण मनाए बहोरी। तेग बहादुर परम कृपाला, परम कृपाला। श्री गुरु गोबिंद सिंह बेसाला। तरों तरा पार पुन पुन सीसा, पुन पुन सीसा। बंदों बार बार जगदीशा। जिसमें अमृत ज्ञान है, माणक भगत बैराग। श्री गुरु ग्रंथ साहिब युद्धद, बंदों कर अनुराग। एक ओंकारा सतगुरु, जिह प्रसाद सुख होए। वाहिगुरु जी की फतेह, बिघ्न विनाशन सोए। सतनाम श्री वाहिगुरु साहिब जी दोहरा। सद्दू सिख सभार जा, प्रेम करे मन माहे। श्री अर्जन सब जान कर, पहुँचे तिस घर माहे। सद्दू सिख सभार जा। वाहिगुरु जी का खालसा, वाहिगुरु जी की फतेह। शहीदी परंपरा दे मीर ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਸ਼ਹੀਦੀ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਲੜੀਵਾਰ ਚੱਲ ਰਹੀ ਇਤਿਹਾਸ ਦੀ ਕਥਾ ਜੋ ਆਪ ਜੀਆਂ ਨੇ ਕੱਲ੍ਹ ਦੇ ਦੀਵਾਨ ਵਿੱਚ ਜਗਤ ਜਲੰਧਰ ਦੇ ਤਾਰਨਹਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ, दीना बंधु जी, गरीब नवाज जी श्री अमृतसर साहब तो चल करके लाहौर नूं पहुँचना किया है। तो जदों सतगुरु जी ने अपने जान का बिरतांत माता जी नाल, माता गंगा जी नाल साझा किया। आप जियां ने कल दे दीवान विच सरवण किया होएगा कि माता जी बहुत व्याकुल होए, संगतां भी होईयां। सतगुरु जी ने सब नूं धीरज दे के, शरीर नाशवंत है और अगली सारी जिम्मेवारी गुरता गद्दी दी मेरी पीरी दे मालिक छेवें पातशाह श्री गुरु हरगोबिंद साहब महाराज नूं दे के आप श्री अमृतसर तो चले हैं। उस वक्त सतगुरु जी दे नाल जो भाई बिधि चंद जी, भाई पैड़ा जी, भाई लंगाह जी, भाई पुराणा जी इत्यादि सिख सतगुरु जी दे नाल चले हैं। ते कुछ भाई गुरदास जी, भाई साहब भाई गुरदास जी अते ब्रह्म ज्ञानी बाबा बुढ़ा साहब जी अते होर बहुत सारियां संगतां सतगुरु जी नूं श्री अमृतसर साहब तो तोरन वास्ते नाल चलियां हन। और थोड़ा रस्ता जाके सतगुरु जी ने संगतां नूं वापस मोड़ दिता है ते आप लाहौर विच पहुंचना कीता है। इस तो अगे दा प्रसंग सतगुरु जी का लाहौर विच पहुंचना
ਅੱਜ ਅਤੇ ਇੱਥੇ ਇੱਕ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕੱਲ ਦੇ ਦੀਵਾਨ ਵਿੱਚ ਆਪ ਜੀ ਨੇ ਸਰਵਣ ਕੀਤਾ ਹੋਏਗਾ ਕਿ ਜੋ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਹੈ, ਤਿਨਾਂ ਦੇ ਸੁਪੁੱਤਰ ਬਾਬਾ ਮੋਹਰੀ ਜੀ ਤੇ ਬਾਬਾ ਮੋਹਰੀ ਜੀ ਦੇ ਵੱਡੇ ਸੁਪੁੱਤਰ ਬਾਬਾ ਅਰਥਮਲ ਜੀ ਨੂੰ ਸੁਨੇਹਾ ਜਿਹੜਾ ਹੈ ਉਹ ਕੱਲ ਦੇ ਦੀਵਾਨ ਵਿੱਚ ਭੇਜਿਆ ਕਿ ਉਹ ਸਾਨੂੰ ਲਾਹੌਰ ਆ ਕੇ ਮਿਲਣਾ ਕਰਨ। ਇਹ ਬਚਨ ਸਤਿਗੁਰੂ ਜੀ ਨੇ ਭੇਜ ਦਿੱਤਾ ਹੈ ਤੇ ਅੱਜ ਦੇ ਦੀਵਾਨ ਵਿੱਚ ਆਪਾਂ ਜੋ ਸਰਵਣ ਕਰਾਂਗੇ ਸਤਿਗੁਰੂ ਜੀ ਦਾ ਲਾਹੌਰ ਦੇ ਵਿੱਚ ਜੋ ਸੱਧੂ ਨਾਮੀ ਸਿੱਖ ਸਤਿਗੁਰੂ ਜੀ ਨੂੰ ਆਪਣੀ ਪਤਨੀ ਸਮੇਤ ਸ਼ਰਧਾ ਸਹਿਤ ਪ੍ਰੇਮ ਸਹਿਤ ਮਨ ਵਿੱਚ ਯਾਦ ਕਰਦਾ ਹੈ ਤੇ ਸਤਿਗੁਰੂ ਜੀ ਤਿਨਾਂ ਦੇ ਘਰ ਵਿੱਚ ਕਿਵੇਂ ਪਹੁੰਚਦੇ ਹੈ ਤੇ ਭਾਈ ਅਰਥਮਲ ਜੀ ਦੇ ਨਾਲ ਜਿਹੜਾ ਮਿਲਾਪ ਹੈ ਇਹ ਅੱਜ ਦਾ ਪ੍ਰਸੰਗ ਆਓ ਪ੍ਰੇਮ ਵਿੱਚ ਸਰਵਣ ਕਰਗੇ ਤੇ ਸਾਰੀਆਂ ਸਿੱਖ ਸੰਗਤਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸੱਧੂ ਸਿੱਖ ਸਭਾਰ ਜਾ ਪ੍ਰੇਮ ਕਰੇ ਮਨ ਮਾਹੇ। ਸੱਧੂ ਸਿੱਖ ਭਾਈ ਸੱਧੂ ਜੀ ਲਾਹੌਰ ਦਾ ਵਾਸੀ ਹੈ। ਉਹਦੀ ਸੁਪਤਨੀ ਤੇ ਭਾਈ ਸੱਧੂ ਜੀ ਪ੍ਰੇਮ ਵਿੱਚ ਭਿੱਜ ਕੇ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਹਿਰਦੇ ਵਿੱਚ ਯਾਦ ਕਰਦੇ ਹਨ। ਸ਼੍ਰੀ ਅਰਜਨ ਸਭ ਜਾਣ ਕਰ ਪਹੁੰਚੇ ਤਿਸ ਘਰ ਮਾਹੇ। ਉਹਨਾਂ ਦੇ ਹਿਰਦੇ ਵਿੱਚ ਪ੍ਰੇਮ ਇਹ ਹੈ ਕਿ ਸਤਿਗੁਰੂ ਜੀ ਸਾਡੇ ਘਰ ਵਿੱਚ ਆਉਣ, ਅਸੀਂ ਉਹਨਾਂ ਦੀ ਟਹਿਲ ਸੇਵਾ ਕਰੀਏ, ਉਹਨਾਂ ਨੂੰ ਕੋਈ ਜਲ ਪਾਣੀ ਸਤਿਗੁਰੂ ਜੀ ਨੂੰ ਛਕਾਈਏ ਤੇ ਸਤਿਗੁਰੂ ਜੀ ਘਟ ਘਟ ਕੇ ਅੰਤਰ ਕੀ ਜਾਣਤ ਜਾਣਨ ਹਾਰ ਪ੍ਰਭੂ ਪ੍ਰਵੀਨ ਜਿਹੜੇ ਹਿਰਦੇ ਦੀਆਂ ਜਾਣਦੇ ਹਨ ਉਹਨਾਂ ਦੇ ਮਨ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਅੰਦਰ ਦੀ ਜਾਣਦਿਆਂ ਹੋਇਆਂ ਭਾਈ ਸੱਧੂ ਸਿੱਖ ਦੇ ਘਰ ਪਹੁੰਚਣਾ ਕੀਤਾ ਹੈ। ਚੌਪਈ ਹੀਰ ਆਨੰਦ ਰੂਪ ਗੁਰ ਕੇਰਾ। ਆਨੰਦ ਸਰੂਪ ਸਤਿਗੁਰੂ ਜੀ ਦੇ ਸਰੀਰ ਦੇ ਦਰਸ਼ਨ ਕਰਕੇ ਬੰਦਨ ਕਰੀ ਚਰਨ ਤਿਸ ਬੇਰਾ। ਤੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਘਟ ਘਟ ਕੇ ਨਿਤ ਅੰਤਰ ਜਾਮੀ। ਸਤਿਗੁਰੂ ਜੀ ਆਪ ਜੀ ਸਾਡੇ ਹਿਰਦੇ ਦੀ ਜਾਣਨਹਾਰ ਹੋ। ਆਪ ਜੀ ਨੇ ਸਾਡੇ ਹਿਰਦੇ ਦੀ ਵੇਦਨਾ ਬੇਨਤੀ ਪ੍ਰਾਰਥਨਾ ਬੁੱਝ ਲਈ ਹੈ। ਦਾਸ ਕਾਮਨਾ ਪੁਰਬੋ ਸੁਆਮੀ। ਤੁਸੀਂ ਸਾਡੇ ਹਿਰਦੇ ਦੀਆਂ ਸਾਡੀਆਂ ਮਨੋ ਕਾਮਨਾਵਾਂ ਸਤਿਗੁਰੂ ਜੀ ਪੂਰੀਆਂ ਕੀਤੀਆਂ ਹਨ। ਧਨੀ ਸਿੱਖ ਧਰਮਸ਼ਾਲਾ ਸ਼ੋਰ। ਵੱਡੇ ਵੱਡੇ ਲਾਹੌਰ ਵਿੱਚ ਧਨੀ ਸਿੱਖ ਵੀ ਸਤਿਗੁਰੂ ਜੀ ਦੇ ਰਹਿੰਦੇ ਹਨ ਅਤੇ ਧਰਮਸ਼ਾਲਾ ਵੀ ਹਨ। ਸਤਿਗੁਰੂ ਜੀ ਆਪ ਜੀ ਨੇ ਧਨੀ ਸਿੱਖਾਂ ਨੂੰ ਛੱਡ ਕੇ ਧਰਮਸ਼ਾਲਾ ਨੂੰ ਛੱਡ ਕਰਕੇ ਹੋਰ ਕੀ ਲਖ ਆਏ ਮੁਰ ਔਰ। ਔਰ ਮੇਰੇ ਹਿਰਦੇ ਦੀ ਜਾਣ ਕਰਕੇ ਮੇਰੇ ਪ੍ਰੇਮ ਨੂੰ ਸਮਝ ਕਰਕੇ ਸਤਿਗੁਰੂ ਜੀ ਮੇਰੇ ਵੱਲ ਆਏ ਹੋ। ਦੀਨ ਬੰਧੂ ਯਾਹੀ ਤੇ ਕਹੈ। ਸਤਿਗੁਰੂ ਜੀ ਇਸੇ ਕਰਕੇ ਹੀ ਆਪ ਜੀ ਨੂੰ ਗਰੀਬ ਨਿਵਾਜ ਕਹਿੰਦੇ ਆ ਕਿਉਂਕਿ ਤੁਸੀਂ ਵੱਡੇ ਸਿੱਖਾਂ ਦਾ ਖਿਆਲ ਨਹੀਂ ਕੀਤਾ, ਗਰੀਬ ਸਿੱਖ ਦਾ ਖਿਆਲ ਕੀਤਾ ਹੈ। ਇਸ ਕਰਕੇ ਆਪ ਜੀ ਨੂੰ ਦੀਨਾ ਬੰਧੂ ਕਹਿੰਦੇ ਹਨ, ਗਰੀਬ ਨਵਾਜ ਆਖਦੇ ਹਨ। ਪ੍ਰੇਮ ਬਸੀ ਤੁਮ ਕੋ ਸਭ ਲਹੈ। ਸੋ ਆਪ ਜੀਆਂ ਨੂੰ ਸਤਿਗੁਰੂ ਜੀ ਪ੍ਰੇਮ ਦੇ ਨਾਲ ਪਾਇਆ ਜਾ ਸਕਦਾ ਹੈ। ਪ੍ਰੇਮ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦੇ ਨਾਲ ਆਪ ਜੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਹਾਥ ਜੋੜ ਬੋ ਉਸਤਤ ਕਰਕੇ। ਤੇ ਦੋਨੋਂ ਹੱਥ ਜੋੜ ਕੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਉਸਤਤ ਕੀਤੀ ਹੈ। ਤਰੇ ਉਤਾਰੇ ਉਰ ਮੁਦ ਭਰ ਕੇ। ਤੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਸ ਪਾਲਕੀ ਵਿੱਚ ਸਵਾਰ ਹੋ ਕੇ ਚੱਲੇ ਸਨ ਉਸ ਪਾਲਕੀ ਵਿੱਚੋਂ ਬੜੀ ਖੁਸ਼ੀ ਦੇ ਨਾਲ ਬੜੇ ਚਾਅ ਦੇ ਨਾਲ ਸਤਿਗੁਰੂ ਜੀ ਨੂੰ ਸਤਿਕਾਰ ਸਹਿਤ ਪਿਆਰ ਸਹਿਤ ਪਾਲਕੀ ਵਿੱਚੋਂ ਉਤਾਰ ਲਿਆ। ਲੈ ਕਰ ਗਇਓ ਸਦਨ ਕੇ ਅੰਦਰ। ਤੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪਿਆਰ ਅਦਬ ਸਤਿਕਾਰ ਸਹਿਤ ਭਾਵਨਾ ਸਹਿਤ ਬੜੀ ਖੁਸ਼ੀ ਆਪਣੇ ਘਰ ਦੇ ਅੰਦਰ ਲੈ ਕੇ ਗਏ ਹਨ। ਨੌ ਤਨ ਪਲੰਗ ਡਸਾਇਓ ਸੁੰਦਰ। ਇੱਕ ਨਵਾਂ ਸੁੰਦਰ ਪਲੰਗ ਬਣਾ ਕੇ ਭਾਈ ਸੱਧੂ ਸਿੱਖ ਨੇ ਘਰ ਵਿੱਚ ਰੱਖਿਆ ਹੋਇਆ ਸੀ। ਜਦੋਂ ਸਤਿਗੁਰੂ ਜੀ ਆਉਣਗੇ ਉਹਨਾਂ ਨੂੰ ਢਾ ਕੇ ਇਸ ਨਵੇਂ ਪਲੰਗ ਦੇ ਉੱਪਰ ਬਿਠਾਵਾਂਗੇ ਤੇ ਉਹ ਨਵਾਂ ਪਲੰਗ ਭਾਈ ਸੱਧੂ ਜੀ ਨੇ ਢਾ ਲਿਆ ਹੈ। ਆਸਤਰਨ ਤੇ ਉੱਪਰ ਛਾਏ। ਤੇ ਉਸ ਦੇ ਉੱਪਰ ਵਿਛਾਉਣੇ ਸੁੰਦਰ ਵਿਛਾਉਣੇ ਕੀਤੇ ਹਨ। ਕਰ ਬਿਨਤੀ ਸਤਿਗੁਰੂ ਬਿਠਾਏ। ਤੇ ਸੋ ਸਤਿਗੁਰੂ ਜੀ ਨੂੰ
ਬੇਨਤੀ ਕਰਕੇ ਅਦਬ ਸਤਕਾਰ ਸਹਿਤ ਉਸ ਪਲੰਗ ਦੇ ਉੱਪਰ ਬਿਠਾਉਣਾ ਕੀਤਾ ਹੈ ਜਥਾ ਸ਼ਕਤ ਕਰ ਅਪਰ ਫਰਸ਼ ਕੋ ਤੇ ਆਪਣੀ ਸਮਰੱਥਾ ਦੇ ਮੁਤਾਬਕ ਜਿਹੜੀਆਂ ਘਰ ਵਿੱਚ ਕੋਈ ਦਰੀਆਂ ਚਾਦਰਾਂ ਇਤਿਆਦਿਕ ਸਨ ਚਟਾਈਆਂ ਸਨ ਉਹ ਆਈ ਸੰਗਤ ਵਾਸਤੇ ਫਰਸ਼ ਦੇ ਉੱਤੇ ਵਿਛਾ ਦਿੱਤੀਆਂ ਹਨ ਸਿੱਖ ਬਿਠਾਏ ਧਾਰ ਹਰਸ਼ ਕੋ ਤੇ ਬੜੀ ਖੁਸ਼ੀ ਦੇ ਨਾਲ ਉਹਨਾਂ ਸਿੱਖਾਂ ਨੂੰ ਵੀ ਭਾਵਨਾ ਨਾਲ ਬਿਠਾਇਆ ਚਾਉ ਬਹੁਤ ਹੈ ਔਰ ਸਰਬ ਸੇਵਾ ਕਰ ਨੀਕੇ ਔਰ ਉਹਨਾਂ ਦੀ ਬੜੀ ਭਾਵਨਾ ਦੇ ਨਾਲ ਚੰਗੇ ਤਰੀਕੇ ਨਾਲ ਜਿਹੜੀ ਹੈ ਉਹਨਾਂ ਦੀ ਸੇਵਾ ਕੀਤੀ ਹੈ ਚਰਨ ਪਖਾਰਤ ਭਾ ਸਭ ਹੀ ਕੇ ਉਹਨਾਂ ਦੇ ਸੰਗਤ ਦੇ ਸਿੱਖਾਂ ਦੇ ਚਰਨ ਧੋਣਾ ਕੀਤੇ ਹਨ ਆਪਣੇ ਹੱਥਾਂ ਨਾਲ ਸ਼੍ਰੀ ਸਤਿਗੁਰ ਕੇ ਚਰਨ ਪਖਾਰੇ ਫਿਰ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨ ਧੋਣਾ ਕੀਤੇ ਹਨ ਚਰਨਾਮ੍ਰਿਤ ਕੁਟੰਬ ਮੁਖ ਡਾਰੇ ਤੇ ਜਿਹੜੀ ਸਤਿਗੁਰੂ ਜੀ ਦੀ ਚਰਨਾਮ੍ਰਿਤ ਸੀਗੀ ਉਸ ਨੂੰ ਫਿਰ ਪਰਿਵਾਰ ਨੇ ਪੀਣਾ ਕੀਤਾ ਹੈ ਸਰਬ ਸਦਨ ਮੈਂ ਸ਼ਿਰਕਨ ਕੀ ਨਸ ਤੇ ਜਿਹੜੀ ਉਹ ਚਰਨਾਮ੍ਰਿਤ ਬਚ ਗਈ ਉਹ ਸਾਰੇ ਘਰ ਵਿੱਚ ਉਸ ਦਾ ਛੱਟਾ ਦਿੱਤਾ ਹੈ ਭਇਓ ਨਿਹਾਲ ਅਧਿਕ ਫਲ ਲੀਨਸ ਤੇ ਬੜੇ ਪ੍ਰਸੰਨ ਹੋਏ ਨੇ ਨਿਹਾਲ ਹੋਏ ਨੇ ਤੇ ਨਿਹਾਲ ਹੋ ਕਰਕੇ ਸਤਿਗੁਰੂ ਜੀ ਪਾਸੋਂ ਫਲ ਪ੍ਰਾਪਤ ਕਰ ਰਹੇ ਹਨ ਸਭ ਬਿਦ ਕੀ ਸੁਚਤਾ ਤਬ ਕਰੀ ਤੇ ਸਾਰੇ ਤਰੀਕਿਆਂ ਨਾਲ ਘਰ ਦੀ ਸਫਾਈ ਸੁਚਤਾ ਸੁਚਮਤਾ ਵੱਲ ਖਿਆਲ ਕੀਤਾ ਗਿਆ ਹੈ ਲੇਪਨ ਆਦ ਰਸੋਈ ਧਰੀ ਤੇ ਰਸੋਈ ਵਿੱਚ ਵੀ ਲੇਪਨ ਆਦ ਪੋਚਾ ਆਦ ਫੇਰਿਆ ਗਿਆ ਹੈ ਭੋਜਨ ਕਰਨ ਹਾਰ ਇਸ਼ਨਾਨੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਕਿਉਂਕਿ ਜਿੱਥੇ ਰਸੋਈ ਨੂੰ ਤਿਆਰ ਕਰਨ ਵਾਸਤੇ ਤੇ ਜਿਨ੍ਹਾਂ ਨੇ ਭੋਜਨ ਬਣਾਉਣਾ ਸੀ ਤਿਆਰ ਕਰਨਾ ਸੀ ਉਹਨਾਂ ਨੇ ਵੀ ਇਸ਼ਨਾਨ ਪਾਣ ਕਾਇਆ ਸੁਧੀ ਹੈ ਸੁਚ ਸੋ ਨੀਰ ਨਯੋ ਭਰ ਆਨੇ ਆਪਣੇ ਹੱਥ ਮੂੰਹ ਧੋ ਕਰਕੇ ਸੁੱਚੇ ਕਰਕੇ ਤੇ ਸ਼ਵਸ਼ ਜਲ ਭਰ ਲਿਆਂਦਾ ਹੈ ਬਾਸਨ ਸਕਲ ਮਾਂਜ ਕਰ ਬ੍ਰਿੰਦ ਸਾਰੇ ਬਰਤਨ ਮਾਂਜ ਕਰਕੇ ਸਾਫ਼ ਕਰਕੇ ਰੱਖ ਲਏ ਪਾਵਨਤਾ ਕਰ ਤਬਹਿ ਬਿਲੰਦ ਤੇ ਬਹੁਤ ਸਾਰੇ ਜਿਹੜੀ ਹੈ ਉਹਦੀ ਪਵਿੱਤਰਤਾ ਸਾਫ਼ ਸਫਾਈ ਜਿਹੜੀ ਕਰ ਲਈ ਗਈ ਸੁੰਦਰ ਅੰਨ ਚੂਨ ਗੋ ਧੂਮ ਬਹੁਤ ਖੂਬਸੂਰਤ ਅੰਨ ਆਟਾ ਤੇ ਕਣਕ ਆਦਿਕ ਸਖਮ ਚਾਵਰ ਤਰ ਸੁਧ ਭੂਮ ਤੇ ਬਰੀਕ ਬਰੀਕ ਚਾਵਲ ਆਦਿਕ ਜਿਹੜੇ ਹਨ ਉਹ ਵੀ ਧਰਤੀ ਜਿੱਥੇ ਪੋਚਾ ਲਾਇਆ ਸੀ ਸਫਾਈ ਕੀਤੀ ਸੀ ਰਸੋਈ ਵਿੱਚ ਉੱਥੇ ਰੱਖ ਲਏ ਹਨ ਧਰਤੀ ਤੇ ਪਹਿਤ ਬਣਾਈ ਡਾਲ ਮਸਾਲੇ ਤੇ ਸਭ ਤੋਂ ਪਹਿਲਾਂ ਜਿਹੜੀ ਦਾਲ ਹੈ ਮਸਾਲੇ ਪਾ ਕੇ ਤਿਆਰ ਕਰ ਲਈ ਪਾਇਸ ਪਾਕ ਕੀਨ ਬਿਦ ਨਾਲੇ ਤੇ ਫਿਰ ਪਵਿੱਤਰ ਦੁੱਧ ਨਾਲ ਖੀਰ ਬਣਾਉਣਾ ਕੀਤੀ ਹੈ ਰਿਤ ਸੋ ਮੇਲ ਬਨਾਇਓ ਨੀਕੋ ਤੇ ਉਸ ਵਕਤ ਫਿਰ ਉਹ ਸਾਰੇ ਪਦਾਰਥਾਂ ਵਿੱਚ ਦੇਸੀ ਘਿਓ ਮਿਲਾਉਣਾ ਕੀਤਾ ਹੈ ਕਰ ਤਿਆਰੀ ਭੋਜਨ ਸਭ ਹੀ ਕੋ ਸਾਰੇ ਭੋਜਨ ਦੀ ਪਦਾਰਥਾਂ ਦੀ ਤਿਆਰੀ ਕਰਕੇ ਬਹੁ ਦੀਪਕ ਸਗਰੇ ਕਰ ਕਰੇ ਸੋ ਘਰ ਵਿੱਚ ਫਿਰ ਚਾਅ ਬਹੁਤ ਹੈ ਸਤਿਗੁਰੂ ਜੀ ਦੇ ਘਰ ਆਉਣ ਦਾ ਤੇ ਘਰ ਵਿੱਚ ਦੀਵੇ ਜਗਾਏ ਗਏ ਦੀਪਮਾਲਾ ਕੀਤੀ ਹੈ ਦੀਵੇ ਜਗਾ ਕਰਕੇ ਘਰ ਨੂੰ ਦਰਸ਼ਨਾਇਆ ਹੈ ਚੌਂਕੀ ਨਹੀਂ ਡਸਾਈ ਤਰੇ ਤੇ ਇੱਕ ਨਵੀਂ ਚੌਂਕੀ ਜਿਹੜੀ ਜਿਸ ਤਰ੍ਹਾਂ ਨਵਾਂ ਪਲੰਘ ਬਣਾਇਆ ਸੀ ਇੱਕ ਨਵੀਂ ਘਰ 'ਚ ਚੌਂਕੀ ਵੀ ਬਣਾ ਕੇ ਰੱਖੀ ਉਹ ਵੀ ਢਾਹ ਦਿੱਤੀ ਹੈ ਹਾਥ ਜੋੜਿਆ ਗਏ ਹੋਏ ਖਰੋ ਤੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਖੜੇ ਹੋ ਗਏ ਹਨ ਕਹਿਓ ਗੁਰੂ ਜੀ ਭੋਜਨ ਕਰੋ ਬੇਨਤੀ ਕੀਤੀ ਸਤਿਗੁਰੂ ਜੀ ਆਓ ਕਿਰਪਾ ਕਰੋ ਤੇ ਪ੍ਰਸ਼ਾਦਾ ਛਕਣਾ ਕਰੋ ਲੰਗਰ ਸੁਨਤ ਉਠੇ ਲਖ ਪ੍ਰੇਮ ਕਨੇਰਾ ਤੇ ਸਤਿਗੁਰੂ ਜੀ ਨੇ ਉਸ ਦੰਪਤੀ ਦੇ ਅੰਦਰ ਭਾਈ ਸੱਧੂ ਸਿੱਖ ਦੇ ਤੇ ਉਹਦੀ ਪਤਨੀ ਦੇ ਅੰਦਰ ਜਦੋਂ ਬਹੁਤ ਪ੍ਰੇਮ ਭਿੱਜੇ ਵੇਖੇ ਤੇ ਸਤਿਗੁਰੂ ਜੀ ਪਲੰਘ ਤੋਂ ਉੱਠੇ ਹਨ ਚੌਂਕੀ ਪਰ ਬੈਠੇ ਤਿਸ ਬੇਰਾ ਤੇ ਫਿਰ ਚੌਂਕੀ ਦੇ ਉੱਪਰ ਆ ਕਰਕੇ ਬੈਠ ਗਏ ਸਤਿਗੁਰੂ ਜੀ ਪ੍ਰਿਥਕ ਪ੍ਰਿਥਕ ਕਰ ਥਾਲ ਪਰੋਸਾ ਵੱਖ-ਵੱਖ ਸਾਰੇ ਸਿੱਖਾਂ ਦੇ ਅੱਗੇ ਸਤਿਗੁਰੂ ਜੀ ਦੇ ਅੱਗੇ ਜਿਹੜੇ ਆ ਥਾਲ ਭੋਜਨ ਨਾਲ ਪਰੋਸ ਦਿੱਤੇ ਗਏ ਹਨ ਭਾਖਿਆ ਭੋਜ ਲਹਿਜ ਅਰਸ ਚੋਸਾ ਉਹਦੇ ਵਿੱਚ ਜਿਹੜਾ ਭੋਜਨ ਹੈ ਪਦਾਰਥ ਹੈ ਇੱਕ ਤੇ ਖਾਣ ਵਾਲੇ ਪਦਾਰਥ ਹਨ ਇੱਕ ਪੀਣ ਵਾਲੇ ਪਦਾਰਥ ਹਨ ਤੇ ਇੱਕ ਚੂਸਣ ਵਾਲੇ ਅੰਬ ਆਦਿਕ ਹਨ ਤੁਰਸ਼ ਮధుਰ ਅਰ ਤਿਕਤ ਸਲੋਨ ਉਹਦੇ ਵਿੱਚ ਬੜੇ ਤਿੱਖੇ ਮਿੱਠੇ
ਅਤੇ ਬੜੇ ਕਰਾਰੇ ਤੇ ਬੜੇ ਸਲੂਣੇ ਪਦਾਰਥ ਹਨ। ਆਗੇ ਧਰਿਓ ਗੁਰੂ ਕੇ ਤੌਣ, ਤੇ ਗੁਰੂ ਦੇ ਅੱਗੇ ਉਹ ਸਾਰੇ ਪਦਾਰਥ ਜਿਹੜੇ ਹਨ ਉਹ ਰੱਖਣਾ ਕੀਤੇ ਹਨ। ਹਾਥ ਜੋਰ ਸਨਮੁਖ ਰਹਿ ਖਰੋ, ਤੇ ਸਾਰੇ ਹੱਥ ਜੋੜ ਕੇ ਸਨਮੁਖ ਹੋ ਕੇ ਸਤਿਗੁਰੂ ਜੀ ਦੇ ਦੋਵੇਂ ਪਤੀ ਪਤਨੀ ਖੜੇ ਹੋ ਗਏ। ਚਾਹਤ ਹੁਕਮ ਸੋ ਸੇਵਾ ਕਰੋ, ਕਿ ਸਤਿਗੁਰੂ ਜੀ ਦੀ ਸੇਵਾ ਕਰਦਿਆਂ ਜਿਹੜਾ ਹੁਕਮ ਹੋਏਗਾ ਕੋਈ ਹੁਕਮ ਛੁੱਟ ਨਾ ਜਾਏ, ਇਸ ਭਾਵਨਾ ਨਾਲ ਸੇਵਾ ਵਿੱਚ ਖੜੇ ਹੋ ਗਏ। ਸਿੱਖਿਆਨ ਸਹਿਤ ਸੋ ਕਰਿਓ ਆਹਾਰੇ, ਸੋ ਸਾਰੇ ਸਿੱਖਾਂ ਨੇ ਭੋਜਨ ਜਿਹੜਾ ਸੀਗਾ ਸਤਿਗੁਰੂ ਜੀ ਦੇ ਨਾਲ ਪੰਗਤ ਵਿੱਚ ਬੈਠ ਕੇ ਛਕਣਾ ਕੀਤਾ ਹੈ। ਤ੍ਰਿਪਤ ਭਏ ਸਭ ਹਾਥ ਤੇ ਪਖਾਰੇ, ਜਦੋਂ ਸਾਰੇ ਰੱਜ ਗਏ ਤੇ ਫਿਰ ਸਾਰਿਆਂ ਦੇ ਸਾਰੇ ਸਿੱਖਾਂ ਦੇ ਸਤਿਗੁਰੂ ਜੀ ਦੇ ਹੱਥ ਧੁਆਉਣਾ ਕੀਤੇ ਹਨ। ਸਤੂ ਮਾਨ ਰਾਖਬੇ ਕਾਰਨ, ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੱਧੂ ਭਾਈ ਸੱਧੂ ਜੀ ਦਾ ਮਾਨ ਰੱਖਦਿਆਂ ਹੋਇਆਂ ਸਵਾਦ ਸਰਾਹਤ ਭਲੇ ਆਹਾਰਨ, ਸਤਿਗੁਰੂ ਜੀ ਕਹਿਣ ਲੱਗੇ ਭਾਈ ਸੱਧੂ ਜੀ ਜਿਹੜੇ ਆਪ ਜੀ ਨੇ ਪਦਾਰਥ ਤਿਆਰ ਕੀਤੇ ਨੇ ਬੜੇ ਸਵਾਦਲੇ ਹਨ। ਹਾਥ ਜੋਰ ਕਹਿ ਮੈਂ ਕਿਸ ਲਾਇਕ, ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਮੈਂ ਕਾਹਦੇ ਲਾਇਕ ਹਾਂ। ਦੀਨ ਦਿਆਲ ਤੁਮ ਸਹਿਜ ਸੁਭਾਇਕ, ਇਹ ਤੇ ਆਪ ਜੀ ਦਾ ਮੁੱਢ ਕਦੀਮ ਤੋਂ ਸੁਭਾਅ ਹੈ। ਆਪ ਜੀ ਦਿਆਲੂ ਹੋ, ਕਿਰਪਾਲੂ ਹੋ, ਵਡਿਆਈ ਬਖਸ਼ਦੇ ਹੋ ਗਰੀਬਾਂ ਨੂੰ। ਜਿਮ ਦੁਰਜੋਧਨ ਆਦਿਕ ਤਿਆਗੇ, ਜਿਵੇਂ ਦੁਆਪਰ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਜਿਹੜਾ ਹੈ ਉਹ ਦੁਰਜੋਧਨ ਵਰਗਿਆਂ ਵੱਡਿਆਂ ਵੱਡਿਆਂ ਨੂੰ ਛੱਡ ਕਰਕੇ ਸਦਨ ਬਿਦਰ ਕੇ ਬਾਸ ਅਨੁਰਾਗੇ, ਤੇ ਬਿਦਰ ਦੇ ਘਰ ਸ੍ਰੀ ਕ੍ਰਿਸ਼ਨ ਜੀ ਨੇ ਜਾਣਾ ਕੀਤਾ ਸੀ। ਸੋ ਵਿਦਿਆਜ ਭਈ ਮਮ ਸਾਥ, ਇਸੇ ਤਰ੍ਹਾਂ ਅੱਜ ਮੇਰੇ ਨਾਲ ਆਪ ਜੀ ਨੇ ਮੇਰੇ ਤੇ ਕਿਰਪਾ ਕੀਤੀ ਹੈ। ਸਭ ਕੋ ਤਜ ਮਮ ਘਰ ਬਸਨਾਥ, ਸੋ ਸਾਰਿਆਂ ਵੱਡੇ ਸਿੱਖਾਂ ਨੂੰ ਛੱਡ ਕੇ, ਅਮੀਰ ਸਿੱਖਾਂ ਨੂੰ ਛੱਡ ਕੇ, ਧਰਮਸ਼ਾਲਾ ਨੂੰ ਛੱਡ ਕੇ ਮੇਰੇ ਘਰ ਆਪ ਜੀ ਨੇ ਆਉਣਾ ਕੀਤਾ ਹੈ। ਰੁਚਿਰ ਚਰਿਤਰ ਬਚਿੱਤਰ ਪਵਿੱਤਰ, ਇਹੀ ਆਪ ਜੀ ਦਾ ਅਸਲ ਜਿਹੜਾ ਹੈ ਪ੍ਰੇਮ ਵਾਲਾ ਪਵਿੱਤਰ ਜੀਵਨ ਹੈ, ਮਹਾਨ ਜੀਵਨ ਹੈ ਕਿ ਆਪ ਜੀ ਵੱਡਾ ਛੋਟਾ ਨਹੀਂ, ਆਪ ਜੀ ਪ੍ਰੇਮ ਦੇਖਦੇ ਹੋ। ਇਹੀ ਆਪ ਜੀ ਦੀ ਵਿਲੱਖਣਤਾ ਹੈ, ਵਿਸ਼ੇਸ਼ਤਾ ਹੈ। ਕੋ ਕਹਿ ਸਕੇ ਆਪ ਕੇ ਚਿੱਤਰ, ਸੋ ਆਪ ਜੀ ਦੇ ਜੀਵਨ ਬਾਰੇ ਕੋਈ ਕੀ ਵਿਆਖਿਆ ਕਰ ਸਕਦਾ, ਕੀ ਦੱਸ ਸਕਦਾ ਹੈ। ਗੁਰ ਪਰਯੰਕ ਪਰ ਪਹੁੰਚੇ ਜਬੈ, ਸੋ ਜਦ ਸਤਿਗੁਰੂ ਜੀ ਫਿਰ ਉਸ ਚੌਂਕੀ ਤੋਂ ਉੱਠ ਕਰਕੇ ਪਲੰਗ ਦੇ ਉੱਤੇ ਗਏ ਹਨ। ਭੋਜਨ ਅਚਿਓ ਤ੍ਰਿਆ ਜੁਤ ਤਬੈ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਭੋਜਨ ਛਕ ਕਰ ਜਿਹੜੇ ਦੰਪਤੀ ਸੀ ਉਹਨਾਂ ਦੋਵਾਂ ਨੇ, ਪਤੀ ਪਤਨੀ ਨੇ, ਭਾਈ ਸੱਧੂ ਜੀ ਦੇ ਪਰਿਵਾਰ ਨੇ ਪ੍ਰਸ਼ਾਦਾ ਛਕਣਾ ਕੀਤਾ ਹੈ। ਪੁਨ ਦੰਪਤ ਬਿਜ ਨਾਲੇ ਗਏ, ਪ੍ਰਸ਼ਾਦਾ ਛਕ ਕੇ ਤੇ ਫਿਰ ਉਹਨਾਂ ਨੇ ਹੱਥ ਵਿੱਚ ਪੱਖਾ ਲਿਆ ਤੇ ਸਤਿਗੁਰੂ ਜੀ ਦੇ ਪਾਸ ਚਲੇ ਗਏ। ਪੋਨ ਪ੍ਰੀਤ ਸੋ ਹਾਂਕਤ ਭਏ, ਤੇ ਪ੍ਰੇਮ ਵਿੱਚ ਭਿੱਜ ਕੇ ਫਿਰ ਪੱਖਾ ਚੱਲਣ ਦੀ ਸੇਵਾ ਆਰੰਭ ਕਰ ਦਿੱਤੀ, ਹਵਾ ਵੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਸੁੰਦਰ ਮ੍ਰਿਦੁਲ ਚਰਨ ਕੋ ਗਹਿ ਕੈ, ਸੋ ਸਤਿਗੁਰੂ ਜੀ ਦੇ ਸੁੰਦਰ ਚਰਨ ਆਪਣੇ ਹੱਥਾਂ ਨਾਲ ਫੜ ਲਏ ਹਨ। ਚਾਪਤ ਚੋਪ ਚਾਰ ਕੋ ਚਹਿ ਕੈ, ਤੇ ਫਿਰ ਮੁੱਠੀ ਚਾਪੀ ਸਤਿਗੁਰੂ ਜੀ ਦੀ ਕਰਨੀ ਆਰੰਭ ਕਰ ਦਿੱਤੀ ਹੈ। ਜਿਸ ਜਿਸ ਸਿੱਖ ਕੋ ਸੁਧ ਤਬ ਹੋਈ, ਤੇ ਜਿਸ ਸਿੱਖ ਨੂੰ ਵੀ ਇਹ ਪਤਾ ਲੱਗਾ ਕਿ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਭਾਈ ਸੱਧੂ ਸਿੱਖ ਦੇ ਘਰੇ ਆਏ ਹਨ, ਪਤਾ ਲੱਗਾ ਹੈ। ਦਰਸ਼ਨ ਕੋ ਆਏ ਸਭ ਕੋਈ, ਸਾਰੇ ਦਰਸ਼ਨ ਕਰਨ ਵਾਸਤੇ ਸਤਿਗੁਰੂ ਜੀ ਦੇ ਆ ਰਹੇ ਹਨ। ਧਰ ਧਰ ਭੇਟ ਬੰਦਨਾ ਠਾਨੈ ਹੈ, ਤੇ ਸਾਰੇ ਆਪਣੀਆਂ ਜਸਾ ਸ਼ਕਤ ਭਟਾਵਾਂ ਰੱਖ ਕੇ ਸਤਿਗੁਰੂ ਜੀ ਨੂੰ ਨਮਸਕਾਰ ਮੱਥਾ ਟੇਕ ਰਹੇ ਹਨ। ਮਨੋ ਕਾਮਨਾ ਬਿਨੈ ਬਖਾਨੈ ਹੈ, ਆਪਣੀਆਂ ਬੇਨਤੀਆਂ ਸਤਿਗੁਰੂ ਅੱਗੇ ਕਰ ਰਹੇ ਹਨ ਤੇ ਸਤਿਗੁਰੂ ਜੀ ਉਹਨਾਂ ਨੂੰ ਮਨੋ ਕਾਮਨਾਵਾਂ ਪੂਰੀਆਂ ਕਰ ਰਹੇ ਹਨ। ਇਸੀ ਪ੍ਰਕਾਰ ਨਿਸਾ ਵੱਢ ਗਈ, ਤੇ ਇਸ ਤਰੀਕੇ ਦੇ ਨਾਲ ਦੇਰ ਰਾਤ ਹੋ ਗਈ ਹੈ। ਸੁਖ ਸਹਿਜਾ ਪਰ ਨਿੰਦਰਾ ਲਈ, ਤੇ ਸੁਖ ਰੂਪੀ ਛੇਜਾ ਦੇ ਉੱਤੇ ਸਤਿਗੁਰੂ ਜੀ ਨੇ ਆਰਾਮ ਕੀਤਾ ਹੈ। ਨਿਕਟ ਸਿੱਖ ਸਭ ਹੀ ਪਰ ਸੋਏ, ਸਤਿਗੁਰੂ ਜੀ ਦੇ ਨਿਕਟਵਰਤੀ ਸਿੱਖ ਜਿਹੜੇ ਸਨ ਉਹ ਸਾਰੇ ਨੇੜੇ ਤੇੜੇ ਹੀ ਸਤਿਗੁਰੂ ਜੀ ਦੇ ਸੌਂ ਗਏ ਹਨ। ਵਿਧੀ ਚੰਦ ਆਦਿਕ
ਹੈ ਜੋਏ। ਵਿਧੀ ਚੰਦ ਆਦਿਕ ਜਿਹੜੇ ਸਿੱਖ ਸਨ, ਜਾਮ ਜਾਮਨੀ ਜਾਗਰਨ ਕੀਨ। ਜਦੋਂ ਪਹਿਰ ਰਾਤ ਰਹਿ ਗਈ ਤੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉੱਠ ਖੜੋਤੇ ਹਨ ਸੋਚਾ ਚਾਰ ਸਗਲ ਕਰ ਲੀਨ। ਤੇ ਉਹਨਾਂ ਨੇ ਆਪਣੇ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਜਿਹੜੀਆਂ ਉਹਨਾਂ ਨੂੰ ਸੋਧਿਆ ਹੈ ਤਨ ਇਸ਼ਨਾਨ ਜਲ ਨਿਰਮਲ ਸਾਥ। ਅਤੇ ਸਰੀਰ ਦਾ ਇਸ਼ਨਾਨ ਕੀਤਾ ਨਿਰਮਲ ਪਵਿੱਤਰ ਜਲ ਨਾਲ। ਇਕ ਚਿਤ ਬੈਠ ਰਹੇ ਗੁਰਨਾਥ। ਫਿਰ ਇੱਕ ਚਿੱਤ ਹੋ ਕੇ ਰੱਬ ਦੀ ਇਬਾਦਤ ਵਿੱਚ ਸਿਫਤ ਸਲਾਹ ਵਿੱਚ ਬੈਠ ਗਏ ਹਨ। ਪੁਨਹ ਪ੍ਰਕਾਸ਼ ਪਇਓ ਰਵ ਚੜਿਓ। ਸਿਰ ਰੌਸ਼ਨੀ ਹੋ ਗਈ, ਪ੍ਰਕਾਸ਼ ਹੋ ਗਿਆ ਤੇ ਸੂਰਜ ਚੜ ਆਇਆ ਹੈ। ਸਭ ਸੰਗਤ ਸੁਨ ਸੁਨ ਮੁਦ ਬੜਿਓ। ਤੇ ਸਾਰੀ ਸੰਗਤ ਦੇ ਅੰਦਰ ਬਹੁਤ ਖੁਸ਼ੀ ਵਧੀ ਹੈ ਸਤਿਗੁਰੂ ਜੀ ਦੇ ਆਉਣ ਕਰਕੇ। ਆਏ ਆਏ ਦਰਸ਼ਨ ਕੋ ਕਰਹਿ। ਤੇ ਆ ਕੇ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੀ ਹੈ। ਬੰਦਹਿ ਚਰਨ ਉਪਾਇਨ ਧਰਹਿ। ਸੋ ਸਤਿਗੁਰੂ ਜੀ ਅੱਗੇ ਆਪਣੀਆਂ ਜਥਾਸ਼ਕਤ ਭੇਟਾਵਾਂ ਰੱਖ ਕੇ ਨਮਸਕਾਰ ਮੱਥਾ ਟੇਕ ਰਹੀ ਹੈ। ਤਬਹਿ ਅਰਥ ਮਲ ਚੱਲ ਕਰ ਆਇਓ। ਉਸ ਵਕਤ ਫਿਰ ਅਰਥਮਲ ਜੀ, ਜੋ ਮੈਂ ਪਹਿਲੇ ਦੱਸਿਆ ਤੀਜੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਦੇ ਪੁੱਤਰ ਸਨ, ਬਾਬਾ ਅਰਥਮਲ ਜੀ ਚੱਲ ਕਰਕੇ ਆਏ ਹਨ। ਮਿਲਿਓ ਪ੍ਰੇਮ ਕਰ ਸੀਸ ਨਿਵਾਇਓ। ਤੇ ਬੜੇ ਪ੍ਰੇਮ ਨਾਲ ਭਾਵਨਾ ਨਾਲ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸੀਸ ਨਿਵਾ ਕੇ ਮੱਥਾ ਟੇਕ ਕੇ ਮਿਲੇ ਹਨ। ਜੇਠੋ ਪੁੱਤਰ ਮੋਹਰੀ ਕੇਰਾ। ਬਾਬਾ ਮੋਹਰੀ ਜੀ ਦਾ ਵੱਡਾ ਸੁਪੁੱਤਰ ਹੈ ਬਾਬਾ ਅਰਥਮਲ ਜੀ। ਭਰ ਕਰ ਅੰਕ ਮਿਲੇ ਤਿਸ ਬੇਰਾ। ਫਿਰ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਸ ਬਾਬਾ ਅਰਥਮਲ ਜੀ ਨੂੰ ਜੱਫੀ ਪਾ ਕੇ ਗਲੇ ਮਿਲੇ ਹਨ ਘੁੱਟ ਕਰਕੇ। ਸਾਦਰ ਨਿਕਟ ਬਿਠਾਵਨ ਕਰਿਓ। ਤੇ ਫਿਰ ਬਾਬਾ ਅਰਥਮਲ ਜੀ ਨੂੰ ਆਪਣੇ ਨਜ਼ਦੀਕ ਬਿਠਾ ਲਿਆ ਹੈ। ਪ੍ਰਿਥਕ ਸਭਿਨ ਤੇ ਹੋਏ ਹਿਤ ਧਰਿਓ। ਕਿਉਂਕਿ ਸਭ ਤੋਂ ਵੱਖ ਜਿਸ ਮਕਸਦ ਵਾਸਤੇ ਬਾਬਾ ਅਰਥਮਲ ਜੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਜੀ ਤੋਂ ਸੁਨੇਹਾ ਭੇਜ ਕੇ ਉਚੇਚੇ ਤੌਰ ਤੇ ਬੁਲਾਇਆ ਗਿਆ, ਉਹਦਾ ਕੋਈ ਖਾਸ ਕਾਰਨ ਹੈ, ਕੋਈ ਖਾਸ ਵਜ੍ਹਾ ਹੈ, ਇਸ ਕਰਕੇ ਬੁਲਾਇਆ ਗਿਆ ਹੈ। ਇਸ ਕਰਕੇ ਉਹਨਾਂ ਨੂੰ ਵੱਖ ਤਰੀਕੇ ਦੇ ਨਾਲ ਮਿਲਣਾ ਕੀਤਾ ਹੈ। ਜਿਸ ਪ੍ਰਕਾਰ ਕੋ ਕਾਰਨ ਕਰਨਾ। ਜਿਹੜੇ ਕਾਰਨ ਦਾ ਕਰਕੇ ਉਹਨਾਂ ਨੂੰ ਬੁਲਾਇਆ ਹੈ। ਨਿਕਟ ਅਰਥ ਮਲ ਕੇ ਸੋ ਬਰਨਾ। ਸੋ ਜਿਹੜਾ ਅਰਥਮਲ ਦੇ ਕੋਲ ਉਹ ਸਾਰਾ ਵਰਣਨ ਕੀਤਾ ਹੈ ਸਤਿਗੁਰੂ ਜੀ ਨੇ। ਹਮਰੇ ਤਨ ਕੋ ਹੈ ਅਬ ਅੰਤ। ਕਹਿਣ ਲੱਗੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਹੁਣ ਸਾਡੇ ਸਰੀਰ ਦਾ ਅੰਤਮ ਸਮਾਂ ਪੁੱਜ ਚੁੱਕਾ ਹੈ। ਤਾਜ ਪੇ ਕੋ ਸਭ ਸੁਨੋ ਬਿਰਤੰਤ। ਤੇ ਸਰੀਰ ਨੂੰ ਛੱਡਣ ਦਾ ਸਾਰਾ ਜਿਹੜਾ ਬਿਰਤਾਂਤ ਹੈ ਇਹ ਸੁਣਨਾ ਕਰੋ। ਮਹਾ ਵਿਰੋਧੀ ਹਮਰੇ ਜੇ ਹੈ। ਜਿਹੜੇ ਸਾਡੇ ਦੁਸ਼ਮਣ ਨੇ ਇਸ ਸੰਸਾਰ ਦੇ ਵਿੱਚ ਸਾਡੇ ਨਾਲ ਦੁਸ਼ਮਣੀ ਕਰਦੇ ਹਨ। ਸਿਰ ਅਪਰਾਧ ਤਿਨਹੁ ਕੋ ਦੇ ਹੈ। ਸਤਿਗੁਰੂ ਜੀ ਕਹਿੰਦੇ ਸਰੀਰ ਦਾ ਸਾਡੇ ਦਾ ਅੰਤਮ ਸਮਾਂ ਤੇ ਗਿਆ ਹੈ ਆ, ਲੇਕਿਨ ਸਰੀਰ ਛੱਡਣ ਦਾ ਜਿਹੜਾ ਦੋਸ਼ ਹੈ ਅਸੀਂ ਉਹਨਾਂ ਅਪਰਾਧੀਆਂ ਦੇ ਮੱਥੇ ਤੇ ਹੀ ਮੜਾਂਗੇ। ਅਪਰਾਧੀ ਜਬ ਹੋਏ ਵਿਸਾਲਾ। ਜਿਹੜੇ ਅਪਰਾਧੀ ਹਨ ਉਹ ਬਹੁਤ ਸਾਡੇ ਕਈ ਤਰ੍ਹਾਂ ਦੇ ਬਹੁਤ ਉਹਨਾਂ ਨੇ ਜਿਹੜੇ ਨੇ ਦੋਸ਼ ਲਾਏ ਹਨ। ਉਚਿਤ ਸਜਾਏ ਬਨਹਿ ਤਿਸ ਕਾਲਾ। ਇਸ ਕਰਕੇ ਉਹਨਾਂ ਨੂੰ ਫਿਰ ਸਜ਼ਾ ਜਿਹੜੀ ਹੈ ਉਹ ਮਿਲਣੀ ਹੀ ਚਾਹੀਦੀ ਹੈ ਇਸ ਸਮੇਂ। ਸ਼੍ਰੀ ਹਰਗੋਬਿੰਦ ਚੰਦ ਬਿਲੰਦਾ। ਸ਼੍ਰੀ ਹਰਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਵੱਡੇ ਹੋ ਗਏ ਹਨ, ਚੰਦ ਹਨ ਬਹੁਤ ਵੱਡੇ ਹੋ ਗਏ ਹਨ। ਸੰਕਟ ਦੇਹ ਦੁਸ਼ਟ ਹੱਥ ਬ੍ਰਿੰਦਾ। ਤੇ ਉਹ ਇਹਨਾਂ ਨੂੰ ਸਾਰਿਆਂ ਨੂੰ ਆਪੇ ਹੀ ਸਜ਼ਾਵਾਂ ਜਿਹੜੀਆਂ ਨੇ ਦੇ ਦੇਣਗੇ। ਸੁਨਤ ਅਰਥ ਮਲ ਬੂਝਨ ਕਰੇ। ਤੇ ਫਿਰ ਅਰਥਮਲ ਨੇ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਾਸੋਂ ਪੁੱਛਣਾ ਕੀਤਾ ਹੈ। ਕਹੋ ਮੋਹਿ ਕਿਮ ਤਨ ਪਰ ਹਰੇ। ਦੁਬਾਰਾ ਬੋਲੋ ਜੀ। ਕਹੋ ਮੋਹਿ ਕਿਮ ਤਨ ਪਰ ਹਰੇ। ਸੋ ਸਤਿਗੁਰੂ ਜੀ ਨੇ ਪੁੱਛਣਾ ਕੀਤਾ ਕਿ ਆਪ ਜੀ ਦੱਸੋ ਕਿ ਕਿਵੇਂ ਸਰੀਰ ਤਿਆਗਣਾ, ਉਹ ਬਿਰਤਾਂਤ ਆਪ ਜੀ ਖੋਲ ਕੇ ਦੱਸੋ। ਸ਼੍ਰੀ ਅਰਜਨ ਸਭ ਗਾਥ ਬਖਾਨੀ। ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਰੀ ਗਾਥਾ ਜਿਹੜੀ ਹੈ ਬਾਬਾ ਅਰਥਮਲ ਜੀ ਨੂੰ ਦੱਸਣਾ ਕੀਤੀ ਹੈ। ਚੰਦੂ ਦੂਤੀ ਕਰਤ ਮਹਾਨੀ। ਜਿਹੜਾ ਚੰਦੂ ਹੈ ਉਹ
ਬਾਦਸ਼ਾਹ ਦੇ ਕੋਲ ਲੂਤੀਆਂ ਲਾਉਂਦਾ ਹੈ, ਚੁਗਲੀਆਂ ਲਾਉਂਦਾ ਹੈ, ਝੂਠ ਸੱਚ ਗੰਢ ਗੰਢ ਕੇ ਜਿਹੜੇ ਹੈ ਝੂਠ ਬੋਲ ਬੋਲ ਕੇ ਬਾਦਸ਼ਾਹ ਦੇ ਕੰਨ ਭਰ ਰਿਹਾ ਹੈ। ਪ੍ਰਥਮ ਕਹਿਤ ਇਹ ਚੋਰ ਲਗਾਵੈ, ਉਹਨੇ ਇੰਨੀਆਂ ਝੂਠੀਆਂ ਚੋਰੀਆਂ ਵਰਗੇ ਵੀ ਝੂਠੇ ਇਲਜ਼ਾਮ ਮੜਨ ਦਾ ਯਤਨ ਕੀਤਾ ਹੈ। ਸ਼ਾਹੋ ਸਮਾਜ ਮਿਲਹਿ ਚੁਰਵਾਵੈ, ਇੱਥੋਂ ਤੱਕ ਕਿ ਸਿੱਖਾਂ ਦੇ ਸਿਰ ਵੀ ਉਹਨੇ ਇਹੋ ਜੀਆਂ ਝੂਠੀਆਂ ਚੁਗਲੀਆਂ ਲਾਈਆਂ ਕਿ ਮਿਲ ਕੇ ਚੋਰੀ ਵਾਰ ਗਈਆਂ। ਪੁਨਹ ਸਜਾਦਾ ਇੱਕ ਚੱਲ ਆਇਓ, ਤੇ ਉਹਦਾ ਸਾਹਿਬਜ਼ਾਦਾ ਜਿਹੜਾ ਖੁਸਰੋ ਚੱਲ ਕੇ ਆਇਆ ਹੈ ਉਹ ਵੀ ਚੁਗਲੀ ਲਾਈ ਹੈ। ਦੀਨ ਜਾਨ ਤੇ ਭੋਜਨ ਖਵਾਇਓ, ਇਹ ਵੀ ਕਿਹਾ ਹੈ ਕਿ ਉਹਨੂੰ ਇਹਨਾਂ ਨੇ ਭੋਜਨ ਛਕਾਇਆ ਹੈ ਤੇ ਗੁਰੂ ਕਾ ਲੰਗਰ ਹੈ ਜੀ, ਕੋਈ ਵੀ ਆ ਕੇ ਛਕ ਸਕਦਾ ਹੈ, ਜਿਹਨੂੰ ਵੀ ਲੋੜ ਹੋਵੇ। ਇੱਥੇ ਇਹ ਤਾਂ ਨਹੀਂ ਆ ਨਹੀਂ ਛਕ ਸਕਦਾ ਹੈ। ਇਹ ਦੂਤੀ ਕੀ ਨਸਮਤ ਮੰਦ, ਸੋ ਇਹ ਜਿਹੜੀਆਂ ਚੁਗਲੀਆਂ ਨੇ ਮੰਦੀ ਮਤ ਵਾਲੇ ਨੇ, ਭੈੜੀ ਬੁੱਧੀ ਵਾਲੇ ਨੇ, ਚੰਦੂ ਨੇ ਬਾਦਸ਼ਾਹ ਨੂੰ ਲਾਈਆਂ ਹਨ। ਸ਼ਾਹੋ ਸਿਖਾਏ ਰਸਾਏ ਬਿਲੰਦ, ਤੇ ਬਾਦਸ਼ਾਹ ਬੜਾ ਫਿਰ ਕ੍ਰੋਧਵਾਨ ਹੋਇਆ ਹੈ। 2 ਲੱਖ ਲਿਖ ਦੰਡ ਪਠਾਇਓ, ਉਹਨੇ 2 ਲੱਖ ਦਾ ਇੱਕ ਪਰਵਾਨਾ ਲਿਖ ਕੇ ਸਾਡੇ ਵੱਲ ਭੇਜਿਆ ਹੈ। ਅਹਦੀ ਲੈ ਹਮਰੇ ਟਿਗ ਆਇਓ, ਤੇ ਇੱਕ ਐਲਕਾਰ ਲੈ ਕੇ ਸਾਡੇ ਪਾਸ ਆਇਆ ਹੈ। ਜਾਂ ਤੇ ਮਹਾ ਦੁਸ਼ਟ ਹੈ ਇਹੀ, ਤੇ ਸਭ ਤੋਂ ਵੱਡੇ ਦੁਸ਼ਮਣ ਸਾਡੇ ਜਿਹੜੇ ਨੇ ਇਹੀ ਹਨ, ਚੰਦੂ ਤੇ ਬਾਦਸ਼ਾਹ। ਇਹ ਵੱਡੇ ਦੁਸ਼ਮਣ ਹਨ। ਦੋਸ਼ ਤਜਨ ਤਨ ਸਿਰ ਇਸ ਦੇਹੀ, ਤੇ ਅਸੀਂ ਆਪਣੇ ਸਰੀਰ ਨੂੰ ਤਿਆਗਣ ਦਾ ਦੋਸ਼ ਚੰਦੂ ਦੇ ਤੇ ਬਾਦਸ਼ਾਹ ਦੇ ਮੱਥੇ ਤੇ ਮੜਾਂਗੇ। ਕਾਨੇ ਕੋ ਹੈ ਬਚਨ ਹਮਾਰੇ, ਅੱਗੇ ਪੜੋ ਜੀ। ਤਨ ਤਿਆਗਿਓ ਰਿਪ ਕਰਨ ਮਝਾਰੇ, ਅਸੀਂ ਆਪਣਾ ਘਰ, ਆਪਣਾ ਜਿਹੜਾ ਸਰੀਰ ਹੈ ਇਹ ਦੁਸ਼ਮਣ ਦੇ ਘਰ ਵਿੱਚ ਹੀ ਤਿਆਗਾਂਗੇ। ਪੁਨ ਹਮਰੇ ਨਾਨੇ ਬਚ ਕਹਿਓ, ਸੋ ਜੋ ਸਾਡੇ ਦਾਨਾ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤੇ ਸੀ। ਮਾਤਾ ਨੇ ਜਬ ਹੀ ਬਰ ਲਹਿਓ, ਮਾਤਾ ਜੀ ਨੇ, ਬੀਬੀ ਭਾਨੀ ਜੀ ਨੇ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਜਦੋਂ ਵਰ ਲਿਆ ਸੀ, ਪੁਰਤਾ ਰਹੇ ਹਮਾਰੇ ਘਰ ਮੈਂ, ਇਹ ਵਰ ਲਿਆ ਸੀ ਕਿ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗੱਦੀ ਸਾਡੇ ਮੇਰੇ ਘਰ ਵਿੱਚ ਹੀ ਰਵੇ। ਆਪਨੇ ਜਾਵੇਂ ਬੰਸ ਅਪਰ ਮੈਂ, ਇਹ ਸਾਡੀ ਵੰਸ਼ ਵਿੱਚ ਹੀ ਰਵੇ, ਕਿਸੇ ਹੋਰ ਵੰਸ਼ ਵਿੱਚ ਨਹੀਂ ਜਾਣੀ ਚਾਹੀਦੀ। ਚਲਤਾ ਜਲ ਚਲਤਾ ਤੁਮ ਰੋਕਿਓ, ਤੇ ਉਸ ਵਕਤ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੀਬੀ ਭਾਨੀ ਜੀ ਨਾਲ ਇੱਕ ਜ਼ਿਕਰ ਕੀਤਾ। ਕਹਿਣ ਲੱਗੇ ਕਿ ਇਹ ਇੱਕ ਜਲ ਵਹਿ ਰਿਹਾ ਸੀ ਜਿਸ ਨੂੰ ਤੁਸੀਂ ਰੋਕ ਦਿੱਤਾ ਹੈ। ਹੋਏ ਹੈ ਸੰਕਟ ਏਵ ਬਿਲੋਕਿਓ, ਤੋ ਇਸ ਕਰਕੇ ਇਹ ਹੁਣ ਤੁਹਾਨੂੰ ਸੰਕਟ ਸਹਾਰਨ ਕਰਨਾ ਪਏਗਾ, ਮੁਸ਼ਕਲਾਂ ਵੱਡੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਵੇਗਾ। ਸੋ ਅਬ ਫੁਰਹਿ ਕਰੇ ਹਮ ਸਾਚੇ, ਸੋ ਅਬ ਫੁਰਹਿ ਕਰੇ ਹਮ ਸਾਚੇ, ਸੋ ਇਹ ਜਿਹੜੇ ਬਚਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਹੇ ਸਨ ਉਹ ਹੁਣ ਸੱਚ ਹੋਣਗੇ। ਸਮੇਂ ਨਿਕਟ ਤੇ ਤਨ ਨਹਿ ਬਾਚੇ, ਸੋ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਸਮਾਂ ਬਿਲਕੁਲ ਨੇੜੇ ਪਹੁੰਚ ਚੁੱਕਾ ਹੈ ਤੇ ਹੁਣ ਸਰੀਰ ਜਿਹੜਾ ਹੈ ਇਹ ਨਹੀਂ ਰਵੇਗਾ, ਬਚੇਗਾ ਨਹੀਂ। ਸੋ ਸਭ ਕਾਰਨ ਆਏ ਮਿਲੇ ਹੈ, ਹੁਣ ਸਰੀਰ ਤਿਆਗਣ ਦੇ ਜਿੰਨੇ ਕਾਰਨ ਸਨ, ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਜਿਹੜੇ ਕਾਰਨ ਸਨ, ਸਾਰੇ ਹੁਣ ਆ ਕੇ ਇਕੱਠੇ ਹੋ ਗਏ, ਮਿਲ ਗਏ ਹਨ। ਆਪ ਤਨ ਤਿਆਗਨ ਲਖਿਓ ਭਲੇ ਹੈ, ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਇਸ ਵਕਤ ਸਰੀਰ ਨੂੰ ਛੱਡਣਾ ਹੀ ਭਲੀ ਗੱਲ ਹੈ। ਸੁਨਤ ਅਰਥ ਮਲ ਸ਼ੋਕ ਵਿਸਾਲਾ, ਸੋ ਅਰਥ ਮਲ ਜੀ ਨੇ ਸੁਣ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜਦੋਂ ਬਚਨ ਸੁਣੇ ਤੇ ਹਿਰਦਾ ਬੜਾ ਦੁਖੀ ਹੋਇਆ ਹੈ। ਰੁਚਿਰ ਬਿਲੋਚਨ ਤੇ ਜਲ ਡਾਲਾ, ਸੋ ਉਹਨਾਂ ਨੇ ਇਹ ਹਿਰਦੇ ਦੇ ਵਿੱਚ ਇਹ ਬਚਨ, ਉਹਨਾਂ ਦੇ ਨੇਤਰ ਜਿਹੜੇ ਉਹ ਜਲ ਨਾਲ ਭਰ ਆਏ ਹਨ, ਦੁਖੀ ਹੋਏ ਦੇ ਨਾਲ। ਹੇ ਪ੍ਰਭੂ ਤੁਮ ਅਲੇਪ ਸਭ ਸਮੋ, ਹੇ ਪ੍ਰਭੂ ਜੀ ਤੁਸੀਂ ਤੇ ਸਾਰੇ ਸਮਿਆਂ ਵਿੱਚ ਨਿਰਲੇਪ ਰਹਿੰਦੇ ਹੋ। ਦਰਸ ਲਾਭ ਸੁਖ ਜੋ ਬੜ ਹਮੈ, ਸੋ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪ ਜੀ ਸਾਨੂੰ ਦਰਸ਼ਨ ਦੇ ਕਰਕੇ ਸਾਨੂੰ ਲਾਭ ਦਿੰਦੇ ਹੋ, ਸੁਖ ਬਖਸ਼ਦੇ ਹੋ। ਸਿੱਖ ਸੰਗਤ ਸਭ ਰਹੇ ਬਸੂਰਤ,
ਸਾਰੀ ਸੰਗਤ ਆਪ ਜੀ ਦੇ ਦਰਸ਼ਨ ਦੀਦਾਰ ਕਰਕੇ ਜਿਹੜੀ ਹੈ ਉਹ ਸੁਖੀ ਹੁੰਦੀ ਹੈ, ਖੁਸ਼ੀ ਮਿਲਦੀ ਹੈ ਸੰਗਤ ਨੂੰ। ਕਰਤ ਪ੍ਰੇਮ ਹੇਰਤ ਤੁਮ ਮੂਰਤ, ਸਤਿਗੁਰੂ ਜੀ ਆਪ ਜੀ ਦੇ ਪ੍ਰੇਮ ਦੇ ਨਾਲ ਦਰਸ਼ਨ ਕਰਦੇ ਹਨ। ਕਰੋ ਅਨੇਕਨ ਕੋ ਕਲਿਆਣ, ਆਪ ਸਾਰੀਆਂ ਸਿੱਖ ਸੰਗਤਾਂ ਦਾ ਕਲਿਆਣ ਆਪ ਜੀ ਕਰਦੇ ਹੋ। ਪਾਰਿ ਉਪਕਾਰੀ ਸਦਾ ਮਹਾਨ, ਆਪ ਜੀ ਤੇ ਬੜੇ ਵੱਡੇ ਮਹਾਨ ਪਰਉਪਕਾਰੀ ਹੋ। ਤੁਰਕ ਯੁਕਤ ਚੰਦੂ ਦੁਖ ਪਾਵੈ, ਇਹ ਜਿਹੜਾ ਚੰਦੂ ਹੈ ਇਹ ਤੁਰਕਾਂ ਨਾਲ ਮਿਲਿਆ ਹੋਇਆ ਇਹ ਦੁੱਖ ਪਾਵੇਗਾ। ਹਰਕ ਧਰਤ ਉਰ ਬਿਖ ਕੋ ਖਾਵੈ, ਇਹ ਧਰਤੀ ਦੇ ਉੱਤੇ ਹਿਰਦੇ ਵਿੱਚ ਜ਼ਹਿਰ ਖਾ ਰਿਹਾ ਹੈ। ਜਬ ਕਟ ਅੰਤਰ ਪਹੁੰਚੈ ਜਾਈ, ਤੇ ਜਦੋਂ ਇਹਦੇ ਹਿਰਦੇ ਵਿੱਚ ਇਹ ਜ਼ਹਿਰ ਜਿਹੜਾ ਹੈ ਨਾ ਜੀ ਇਹ ਅਸਰ ਕਰ ਜਾਵੇਗਾ, ਸੁਖੈ ਅੰਗ ਪ੍ਰਾਨ ਬਿਨ ਸਾਈ, ਸੋ ਇਹਦੇ ਅੰਗ ਸੁੱਕ ਜਾਣਗੇ ਤੇ ਜੀਵਨ ਲੀਲਾ ਇਹਦੀ ਜਿਹੜੀ ਹੈ ਉਹ ਖਤਮ ਹੋ ਜਾਵੇਗੀ। ਤੈਸੇ ਅਬ ਇਹ ਨਾਹੇ ਨਾ ਜਾਣੈ ਹੈ, ਸੋ ਇਹ ਇਸ ਗੱਲ ਨੂੰ ਜਾਣਦਾ ਨਹੀਂ ਹੈ। ਸੰਗ ਨਿਰਵੈਰ ਵੈਰ ਜੋ ਠਾਨੈ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਜੀ ਦੇ ਵੀ ਬਚਨ ਆਪਾਂ ਪੜ੍ਹਦੇ ਹਾਂ ਜੀ। ਨਿਰਵੈਰਾਂ ਨਾਲ ਜੋ ਵੈਰ ਰਚਾਏ ਦੇ, ਆਪਣੇ ਘਰ ਲੁਕੀ ਲਾਏ। ਆਪਣੇ ਘਰ ਨੂੰ ਅੱਗ ਲਾਉਣ ਵਾਲੀ ਗੱਲ ਹੁੰਦੀ ਹੈ ਜੇ ਕੋਈ ਨਿਰਵੈਰਤਾ ਵਾਲਾ ਮਨੁੱਖ ਹੋਵੇ, ਜਿਹੜਾ ਕਿਸੇ ਨਾਲ ਵੈਰ ਨਾ ਰੱਖਦਾ ਹੋਵੇ, ਉਹਦੇ ਨਾਲ ਜਿਹੜਾ ਵੈਰ ਕਰਦਾ ਹੈ, ਵੈਰ ਕਰਨ ਵਾਲਾ ਆਪਣੇ ਘਰ ਨੂੰ ਹੀ ਅੱਗ ਲਾ ਰਿਹਾ ਹੁੰਦਾ ਹੈ। ਸੋ ਇਹ ਬਚਨ ਕਰਨਾ ਕੀਤਾ ਹੈ, ਕਹਿੰਦੇ ਕਿ ਉਹ ਆਪਣੇ ਘਰ ਆਪ ਜੀ ਨਿਰਵੈਰ ਹੋ ਤੇ ਨਿਰਵੈਰਾਂ ਨਾਲ ਉਹ ਵੈਰ ਕਰਦੇ ਹਨ। ਆਪਤ ਪਰਹਿ ਇਨਹੁ ਪਰ ਜਬੈ, ਸੋ ਇਹ ਜਿਹੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਇਹ ਸਾਰਾ ਬਿਰਤਾਂਤ ਸੁਣਿਆ ਹੈ, ਇਸ ਫਲ ਕੋ ਪਾਵੇਂਗੇ ਤਬੈ, ਜਦੋਂ ਇਹਨੂੰ ਦੇਖਣਗੇ ਤੇ ਫਿਰ ਇਸ ਫਲ ਨੂੰ ਇਹ ਜਿਹੜਾ ਉਹਨੇ ਕਰਮ ਕੀਤਾ, ਕੁਕਰਮ ਭੈੜਾ ਕਰਮ ਕੀਤਾ ਹੈ ਤੁਹਾਡੇ ਨਾਲ ਈਰਖਾ ਚੁਗਲੀ ਦਾ, ਤੇ ਇਹਦਾ ਫਲ ਤੇ ਉਹਨੂੰ ਭੁਗਤਣਾ ਹੀ ਪਵੇਗਾ। ਜੋ ਕਰਤੇ ਨੇ ਕਾਰਨ ਕਰਨੇ, ਜੋ ਕਰਤੇ ਨੇ ਕਾਰਨ, ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਕਰਤੇ ਦੇ ਕਾਰਨ ਹਨ, ਜਿਹੜਾ ਕਰਤੇ ਨੇ ਜੋ ਵਿਧੀ ਵਿਧਾਨ ਬਣਾਇਆ ਹੈ, ਸੋ ਸਭ ਤੇ ਕਾਰਜ ਹੈ ਸਰਨੇ, ਉਹ ਸਾਰੇ ਇਹਨਾਂ ਕੋਲੋਂ ਹੀ ਕਰਤੇ ਨੇ ਕਰਵਾਉਣੇ ਹਨ। ਅਬ ਚਲਨੀ ਵ ਰਖੀ ਗੁਰੂ ਨਾਨਕ, ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਗਤ ਜਲੰਦੇ ਦੇ ਤਾਰਨਹਾਰ ਨੇ ਇਹ ਗੁਰੂ ਘਰ ਦੀ ਪੱਕੀ ਨੀਂਹ ਰੱਖੀ ਹੈ। ਪਚ ਹੈ ਨਿੰਦਕ ਦੁਸ਼ਟ ਅਚਾਨਕ, ਸੋ ਇੱਥੇ ਜਿਹੜੇ ਨਿੰਦਕ ਨੇ, ਦੁਸ਼ਟ ਨੇ, ਇਹ ਅਚਾਨਕ ਨਾਸ਼ ਹੋ ਜਾਣਗੇ। ਬੋਹਰ ਅਰਥ ਮਲ ਜੋਰੇ ਹਾਥ, ਤੇ ਫਿਰ ਅਰਥ ਮਲ ਜੀ ਨੇ ਦੋਵੇਂ ਹੱਥ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਅੱਗੇ ਜੋੜ ਦਿੱਤੇ ਹਨ। ਸੁਨੋ ਬਿਨੈ ਸ਼੍ਰੀ ਅਰਜਨ ਨਾਥ, ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਮੇਰੀ ਬੇਨਤੀ ਸਰਵਣ ਕਰੋ। ਮਮ ਕਾਇਆ ਹੈ ਆਪ ਅਗਾਰੀ, ਮੇਰਾ ਜਿਹੜਾ ਸਰੀਰ ਹੈ ਇਹ ਆਪ ਜੀ ਦੇ ਅੱਗੇ ਭੇਟ ਹੈ, ਆਪ ਜੀ ਦੇ ਅੱਗੇ ਅਰਪਣ ਕਰਦਾ ਹਾਂ। ਤਜ ਕਰ ਦਿਓ ਜਰ ਤੁਰਕ ਉਖਾਰੀ, ਸਤਿਗੁਰੂ ਜੀ ਕਿਰਪਾ ਕਰੋ ਤੇ ਮੈਨੂੰ ਆਗਿਆ ਬਖਸ਼ੋ, ਮੈਂ ਇਹਨਾਂ ਜਿਹੜੀਆਂ ਤੁਰਕਾਂ ਦੀ ਜੜ ਹੈ ਉਹ ਉਖਾੜ ਦੇਵਾਂ। ਤੁਮ ਬਿਨ ਜਗ ਮੈਂ ਰਹਿਣ ਨਾ ਭਾਵੈ, ਤੁਹਾਡੇ ਤੋਂ ਬਿਨਾ, ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਓ, ਆਪ ਜੀਆਂ ਤੋਂ ਬਿਨਾ ਸਾਡਾ ਰਹਿਣਾ ਬਹੁਤ ਮੁਸ਼ਕਲ ਹੈ। ਆਪ ਪਰਲੋਕ ਚਲਨ ਬਨ ਆਵੈ, ਸੋ ਅਬ ਜਿਹੜਾ ਮੇਰਾ ਹੈ ਉਹ ਇੱਥੇ ਰਹਿਣ ਦਾ ਕੋਈ ਕਰਮ ਨਹੀਂ ਹੈ ਬਣਦਾ, ਹੁਣ ਮੇਰਾ ਜਾਣਾ ਬਣਦਾ ਹੈ, ਸਰੀਰ ਨੂੰ ਛੱਡਣਾ ਮੇਰਾ ਬਣਦਾ ਹੈ। ਦਿਓ ਆਗਿਆ ਮੈਂ ਕਰੋ ਚਲਾਨਾ, ਮੈਨੂੰ ਆਗਿਆ ਬਖਸ਼ੋ ਤੇ ਮੈਂ ਸਰੀਰ ਛੱਡ ਦੇਵਾ। ਆਪ ਰਖੋ ਤਨ ਕਾਲ ਮਹਾਨਾ, ਆਪ ਲੰਬੇ ਸਮੇਂ ਤੱਕ ਇਸ ਸੰਸਾਰ ਵਿੱਚ ਸਰੀਰਕ ਰੂਪ ਵਿੱਚ ਸੇਵਾ ਨਿਭਾਓ। ਸ਼੍ਰੀ ਅਰਜਨ ਸੁਨ ਕਰ ਬਚ ਪ੍ਰੇਮ, ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਬਾ ਅਰਥਮਲ ਜੀ ਦੇ ਪ੍ਰੇਮ ਭਿੱਜੇ ਇਹ ਬਚਨ ਸਰਵਣ ਜਦੋਂ ਕੀਤੇ ਹਨ, ਕਹਿਓ ਰਹੋ ਤੁਮ ਤਨ ਯੁਤ ਛੇਮ, ਤੇ ਇਹ ਕਹਿਣ ਲੱਗੇ ਕਿ ਤੁਸੀਂ ਬਹੁਤਾ ਸਮਾਂ ਇਹ ਸਰੀਰ ਤੁਹਾਡਾ ਵੀ ਨਹੀਂ ਰਹੇਗਾ। ਰਹੀ ਯਾਰ ਬਲ ਬਸ 40, ਤੁਹਾਡੀ ਜਿਹੜੀ ਉਮਰ ਹੈ 40 ਦਿਨ ਬਾਕੀ ਬਚੀ ਹੈ। ਤਬ ਤੁਮ ਕਾਇਆ ਤਜੋ ਸੁਖਾਲੀ, ਤੇ ਫਿਰ ਤੁਸੀਂ ਵੀ ਆਪਣਾ ਜਿਹੜਾ ਹੈ ਸਰੀਰ ਇਹ ਸੁਖਾਲੇ ਢੰਗ ਨਾਲ ਹੀ
ਤਿਆਗ ਦੇਵੋਗੇ। ਮਿਲੋ ਆਨ ਪਰਲੋਕ ਸੁਮੋਹੀ, ਤੇ ਪਰਲੋਕ ਵਿੱਚ ਤੁਸੀਂ ਆ ਕਰਕੇ ਮੈਨੂੰ ਮਿਲੋਗੇ। ਨਹਿ ਵਿਜੋਗ ਬਹੁ ਦਿਨ ਕੋ ਹੋਹੀ, ਉਹ ਦਿਨ ਬਹੁਤੇ ਦਿਨ ਨਹੀਂ ਲੱਗਣਗੇ, ਬਹੁਤੀ ਦੇਰ ਨਹੀਂ ਲੱਗੂਗੀ। ਹਿਮਦਾ ਧੀਰਜ ਰਾਖਿਓ ਪਾਸੀ, ਇਸ ਤਰੀਕੇ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਬਾਬਾ ਅਰਥਮਲ ਜੀ ਨੂੰ ਧੀਰਜ ਹੌਸਲਾ ਦੇ ਕਰਕੇ ਆਪਣੇ ਪਾਸ ਰੱਖਿਆ ਹੈ। ਅਨੇਕ ਰੀਤ ਕੀ ਕਥਾ ਪ੍ਰਕਾਸ਼ੀ, ਸੋ ਇਹ ਜਿਹੜੀ ਹੈ ਕਥਾ ਦੀ ਜਿਹੜੀ ਰੀਤ ਹੈ ਕਈ ਤਰੀਕਿਆਂ ਨਾਲ ਉਹਨਾਂ ਨੇ ਦੱਸਣਾ ਕੀਤੀ ਹੈ। ਲੰਗਰ ਲੱਗਿਓ ਹੋਨ ਗੁਰ ਕੇਰਾ, ਤੇ ਫਿਰ ਗੁਰੂ ਘਰ 'ਚ ਜਿਹੜਾ ਲੰਗਰ ਤਿਆਰ ਹੋਇਆ ਸੀਗਾ ਉਹ ਸਾਰਾ ਲੰਗਰ ਵਰਤਾਇਆ ਗਿਆ ਸੰਗਤ ਵਿੱਚ। ਹਰ ਪੈ ਸੰਗਤ ਆਨ ਕਨੇਰਾ, ਤੇ ਫਿਰ ਉਹ ਸਾਰੀ ਸੰਗਤ ਵਿੱਚ ਲੰਗਰ ਜਿਹੜਾ ਵਰਤਿਆ ਹੈ, ਬਹੁਤ ਸਾਰਾ ਲੰਗਰ ਵਰਤਿਆ ਹੈ। ਆਵੈ ਸਿੱਖ ਟੋਲ ਕਰ ਘਨੇ, ਸਿੱਖ ਟੋਲੀਆਂ ਬਣਾ ਬਣਾ ਕੇ ਸਤਿਗੁਰੂ ਜੀ ਨੂੰ ਲੱਭ ਕੇ ਆ ਕਰਕੇ ਦਰਸ਼ਨ ਕਰਨ ਆ ਰਹੇ ਹਨ। ਪੂਜ ਪੂਜ ਗਮਨੈ ਸੁਖ ਸਨੇ, ਤੇ ਸਤਿਗੁਰੂ ਜੀ ਦੀ ਪੂਜਾ ਕਰ ਕਰਕੇ ਸੁਖ ਪ੍ਰਾਪਤ ਕਰ ਕਰਕੇ ਸਤਿਗੁਰੂ ਸੰਗਤ ਆਉਂਦੀ ਹੈ, ਦਰਸ਼ਨ ਕਰਦੀ ਹੈ, ਪੂਜਾ ਕਰਦੀ ਹੈ, ਸਤਿਕਾਰ ਕਰਦੀ ਹੈ ਤੇ ਗੁਰੂ ਜੀ ਕੋਲੋਂ ਸੁਖ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਵਾਪਸ ਪਰਤ ਰਹੀ ਹੈ। ਸ਼੍ਰੀ ਅਰਜਨ ਕੋ ਪੁਰ ਅਗਵਨੂ, ਸੋ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜੋ ਅਗਲਾ ਹੈ ਸਾਰਾ ਹੀ ਲਾਹੌਰ ਵਿੱਚ ਆਉਣਾ ਜਿਹੜਾ ਹੈ ਇਸ ਤਰੀਕੇ ਨਾਲ ਕੀਤਾ ਹੈ। ਪਸਰੀ ਸੁਧ ਲਗੁ ਦੀਰਘ ਭਵਨੂ, ਸੋ ਇਸ ਤਰੀਕੇ ਦੇ ਨਾਲ ਲਾਹੌਰ ਵਿੱਚ ਰਹਿਣ ਦੀ ਉਥੋਂ ਦੀ ਸਾਰਾ ਇਤਿਹਾਸ ਜਿਹੜਾ ਲਾਹੌਰ ਵਿੱਚ ਸੱਧੂ ਭਾਈ ਸੱਧੂ ਸਿੱਖ ਦੇ ਘਰ ਦਾ ਹੈ ਉਹ ਬਿਆਨ ਕੀਤਾ ਹੈ ਕਵੀ ਜੀ ਨੇ। ਸ਼ਰਦਾ ਸਹਿਤ ਭਾਉ ਕੋ ਧਾਰ ਤਰ, ਸ਼ਰਧਾ ਸਹਿਤ ਪ੍ਰੇਮ ਸਹਿਤ ਸਤਿਗੁਰੂ ਜੀ ਦੇ ਅੱਗੇ ਸੰਗਤਾਂ ਨੇ ਪਿਆਰ ਨਾਲ ਭੇਟਾਵਾਂ ਰੱਖ ਰੱਖ ਕੇ ਜਾਹੇ ਸੰਗਤਾਂ ਆਨੰਦ ਕਰ ਕਰ, ਸਤਿਗੁਰੂ ਜੀ ਕੋਲੋਂ ਆਨੰਦ ਪ੍ਰਾਪਤ ਕਰ ਕਰਕੇ ਸੁਜਸ ਉਚਾਰਤ ਨਰ ਤ੍ਰਿਆ ਘਰ ਘਰ, ਸੋ ਸਤਿਗੁਰੂ ਜੀ ਦਾ ਜਸ ਛੋਟੇ ਵੱਡਿਆਂ ਨੇ ਘਰੋਂ ਘਰ ਜਾ ਜਾ ਕਰਕੇ ਘਰ ਘਰ ਵਿੱਚ ਛੋਟੇ ਵੱਡੇ ਕਰ ਰਹੇ ਹਨ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ੋਭਾ ਵਡਿਆਈ ਹਰ ਘਰ ਵਿੱਚ ਹੋ ਰਹੀ ਹੈ। ਉਪਦੇਸ਼ਤ ਨਿਤ ਸਿਮਰੋ ਹਰ ਹਰ, ਤੇ ਸਤਿਗੁਰੂ ਜੀ ਜਿੰਨੀ ਵੀ ਸੰਗਤ ਸਤਿਗੁਰੂ ਜੀ ਪਾਸ ਆਉਂਦੀ ਹੈ ਉਹ ਸਾਰਿਆਂ ਨੂੰ ਸਿਮਰਨ ਕਰਨ ਦਾ, ਨਾਮ ਜਪਣ ਦਾ, ਵਾਹਿਗੁਰੂ 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 ਦਾ ਉਪਦੇਸ਼ ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਾਰੀਆਂ ਸਿੱਖ ਸੰਗਤਾਂ ਨੂੰ ਦ੍ਰਿੜ ਕਰਾਉਂਦੇ ਨੇ। ਸੰਗਤ ਜੀ ਅੱਜ 17 ਮਈ ਹੈ, 17 ਮਈ 1746 ਵਿੱਚ ਜੋ ਛੋਟਾ ਘੱਲੂਘਾਰਾ ਕਾਹਨੂੰਵਾਨ ਵਿੱਚ ਹੋਇਆ ਹੈ, ਇਹ ਬਹੁਤ ਜਿਹਦੇ ਵਿੱਚ ਤਕਰੀਬਨ ਕੁਝ 25,000 ਕੁਝ 35,000 ਵੱਖ-ਵੱਖ ਵਿਦਵਾਨਾਂ ਨੇ ਸਿੱਖਾਂ ਦੀ ਸ਼ਹਾਦਤ ਦਾ ਜੋ ਦੱਸਿਆ ਹੈ। 3 ਘੱਲੂਘਾਰੇ ਆਪਾਂ ਜਾਣਦੇ ਹਾਂ। ਜਿਹੜਾ ਇਹ ਛੋਟਾ ਘੱਲੂਘਾਰਾ ਹੈ ਇਹਨੂੰ ਕਿਹਾ ਜਾਂਦਾ ਹੈ ਕਾਹਨੂੰਵਾਨ ਦੀ ਸ਼ੰਭ ਵਿੱਚ ਹੋਇਆ ਜਦੋਂ ਲਖਪਤ ਰਾਏ ਫੌਜ ਚਾੜ ਕੇ ਲਿਆਇਆ ਸੀ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ। ਇਹ ਕਿਉਂਕਿ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਸ਼ਹਾਦਤਾਂ ਦੇ ਪੂਰਨੇ ਪਾ ਕੇ ਦਿੱਤੇ ਨੇ। ਯਾਦ ਰੱਖੋ ਕਿ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ। ਕਵੀ ਲਿਖਦਾ ਹੈ, ਜ਼ਿੰਦਗੀ ਜਬ ਸੱਚ ਕਾ ਗੀਤ ਗਾਤੀ ਹੈ, जिंदगी जब सच का गीत गाती है तो मौत फिर झूम झूम कर आती है। ਉਹਦੇ ਸਿਰ ਦੇ ਉੱਤੇ ਜੋ ਕੋਈ ਮਨੁੱਖ ਸੱਚੇ ਗੀਤ ਆਪਣੇ ਜੀਵਨ ਚੋਂ ਅਲਾਪਣ ਲੱਗ ਜਾਵੇ ਨਾ ਤੇ ਉਹਦੇ ਸਿਰ ਦੇ ਉੱਤੇ ਮੌਤ ਮੰਡਿਆਉਣ ਲੱਗ ਜਾਂਦੀ ਹੈ। जिंदगी जब सच का गीत गाती है तो मौत फिर झूम झूम कर आती है, दाद देती है गर्दिशे दौरां जिंदगी पैदा नाम करती है। सच जब झूठ से टकरा जाता है, याद रखियो जदों सच ते झूठ दी टक्कर हो जाती है ना तो मौत भी झुक के सलाम करती है, उन्हां नूं मौत भी मत्था टेक दिया करदी है, नमस्कारां कर दिया करदी है। विद्वान लिखदा है, मिलदे मौत नूं गली जो हार पाके, मिलदे मौत नूं गली जो हार पाके
ਜੀਵਨ ਵਿੱਚ ਨਾ ਉਹਨਾਂ ਦੇ ਹਾਰ ਵੇਖੀ, ਝੋਲੀ ਜਿਹਦੀ ਸ਼ਹੀਦਾਂ ਦੇ ਫੁੱਲ ਬਹੁਤੇ, ਉਸੇ ਕੌਮ ਦੇ ਬਾਗੀ ਬਹਾਰ ਵੇਖੀ। ਇਹ ਜਿਹੜੀਆਂ ਬਹਾਰਾਂ ਬਣੀਆਂ ਹੋਈਆਂ ਨੇ ਨਾ, ਇਹ ਜਿਹੜਾ ਸੰਗਤਾਂ ਦਾ ਪ੍ਰੇਮ ਗੁਰੂ ਨਾਲ ਬਣਿਆ ਹੋਇਆ ਹੈ, ਇਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਹੜੀਆਂ ਸ਼ਹਾਦਤਾਂ ਦਾ ਸਾਨੂੰ ਸਬਕ ਪੜਾਇਆ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਤਤੀ ਤਵੀ ਤੇ ਬੈਠ ਕੇ ਪੜਾਇਆ ਹੈ। ਕਿਸੇ ਕਵੀ ਨੇ, विद्वान ने बड़ा सोहना लिखा, कहता पता नहीं इन डूबने वालों ने क्या कहा इन लहरों से, लहरें आज तक सिर फोड़ती फिरती है साहिल में। विद्वान ने बड़ा सोहना लिखा है, कहता जब से सुना है, कहता जदों दा ये सुनिया है, ये पता लगा है, जब से सुना है मौत में जिंदगी है, सर पे कफन बांध कातल को ढूंढ रहे हैं। उदों दे कतल करने वालियां नूं ते लभदे फिरदे। याद रखो कई वार मनुख जिउंदा हुंदा है, पर जिउंदा होया भी मरिया नालों भैड़ा हुंदा है। ते कुछ लोग, कुछ मनुख वो हुंदे ने जिहड़े मरण तो बाद भी जिउंदे हुंदे ने, उन्हां दा मरण तो बाद भी कौमां नूं जीवन मिलदा है। धन गुरु अर्जन साहब महाराज जी ने सिद्धांत दी तत्ती तवी ते बैठ के यह साबित कर दिता कि सचियार नूं मार के सच दी आवाज नूं बंद नहीं कीता जा सकदा। सच नूं प्यार करन वाले अपने जान दी बाजी ला दिया करदे ने, क्योंकि उसे जे शौक है कि तर्जे जफा क्या है। उन्हां लोकां नूं ये शौक हुंदा है, की शौक हुंदा है कि असीं देखांगे इन्हां दे अंदर सिरड़ किन्ना क है। ये जुल्म दे अगे, ये अत्याचार दे अगे किन्नी देर टिकणगे, असीं होर जुल्म करांगे, होर जुल्म करांगे, होर जुल्म करांगे। उसे ये शौक है कि देखें सितम की इंतहा क्या है, लेकिन हमें ये शौक है कि देखें सितम की इंतहा क्या है। सानू भी ये शौक है कि जालिम लोग जुल्म करने वाले किन्नी देर तक जुल्म कर सकते हैं, क्योंकि गुरु अर्जन साहब महाराज जी ने अत दे जबर नाल, अत दे जबर नाल अत दे सबर का मुकाबला करवा दिता। क्योंकि याद रखो जबर नालों सबर वड्डा हुंदा है। जबर हार गया, सबर जित गया। जित सबर दी होई है, हार जबर दी होई है। जदों भी कदी संसार ते हार हुंदी है ना, वो जबर दी होवेगी, ते जित जदों भी होवेगी सबर दी होवेगी। देखण नूं वक्ती तौर ते कई बार लगदा हुंदा है कि सबर हार जाएगा, अज नहीं ते कल हार जाएगा, कल नहीं ते परसों हार जाएगा, परसों नहीं ते चौथ हार जाएगा। लेकिन वो उड़ीक करते करते, जालम लोग जुल्म करते करते इस उड़ीक विच बैठे रहंदे कि हुण डिग्गिया सबर, हुण डिग्गिया। पर एक दिन वो जबर नूं डिगना पै जांदा है, जबर नूं सबर दे अगे अपने गोडे टेकने पै जांदे ने। सतगुरु सच्चे पातशाह जी ने सानू सबर दे नाल जंग लड़नी भी सिखाई है। जिथे देखो सतगुरु जी ने मीरी पीरी दियां तलवारां धारण कीतियां ना जी, क्योंकि पहला सबर ते फिर अगली गल है जबर दा मुकाबला भी करना सिखाया। ये नहीं कि किते बुजदली नहीं, उत्थे कोई बुजदली नहीं है। असल विच पहला सबर दे नाल, क्योंकि जब तक सबर नहीं है उन्नी देर तक जबर नाल मुकाबला भी नहीं हो सकता। सबर ही जबर दे नाल टक्कर लै सकता है, टक्कर दे सकता है, टक्कर मुकाबला कर सकता है। सो साडे पुरखियां ने सानू शहादतां दे के ये सबक पढ़ाया है। सतगुरु सच्चे पातशाह दीन दयाल कृपालू जी सानू बाणी विच भी ये सिक्ख्या देंदे ने। आपां गुरु ग्रंथ साहिब महाराज जी दी बाणी पढ़दे ना, कबीर जिस मरना ते जग डरै, मेरे मन आनंद मरना ही ते पाइए पूर्ण परमानंद। कुछ लोगों नूं मौत तो बाद भी एक जिंदगी हुंदी है, जिउंदियां ही नहीं कि जिउंदियां जिंदगी हुंदी है, मरण तो बाद भी एक जिंदगी हुंदी है। ये भी सबक सिखाया। जे जीवै पत लथी जाए, जे पता लग जाए ना साडी इज्जत जा रही है, सब हराम जेता किश खाए, वो हराम दे बराबर भी दसिया है जे कुछ खा रहा है। सतगुरु जी ने बाणी विच जो तो प्रेम खिलन का चाओ, सिर धर तली गली मुरियाओ, इत मार्ग पैर धरीजै, सिर दीजै कान ना कीजै। ये सबक सानू पढ़ाया है। ते जेड़े राजे हुंदे ने, समय दियां हुकूमतां हुंदियां ने, वो कई बार जुल्म करन तो बाज नहीं जे आउंदियां, कई बार जुल्म करन तो अत्याचार करन तो बाज नहीं आउंदियां। लेकिन सतगुरु सच्चे पातशाह जी ने सानू बाणी विच ये सिक्ख्या दे छड्डी है
ਇਹ ਪਹਿਲੇ ਹੀ ਸਬਕ ਪੜ੍ਹਾ ਦਿੱਤਾ ਹੈ। ਕਹਿੰਦੇ ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਏ ਨਕਾਓ, ਰਤ ਪਿੱਤ ਕੁੱਤਿਓ ਚਟ ਜਾਓ। ਜਿਹੜੀਆਂ ਸਮੇਂ ਦੀਆਂ ਹਕੂਮਤਾਂ ਹੁੰਦੀਆਂ ਨੇ ਨਾ, ਉਹ ਕਈ ਵਾਰ ਜ਼ੁਲਮ ਕਰਦੀਆਂ ਨੇ, ਤੇ ਜਿਹੜੇ ਉਹਨਾਂ ਦੇ ਅਹਿਲਕਾਰ ਹੁੰਦੇ ਉਹ ਵੀ ਉਹਨਾਂ ਦੇ ਨਾਲ ਲੱਗ ਜਾਂਦੇ ਨੇ, ਉਹ ਵੀ ਇਸ ਤਰ੍ਹਾਂ ਦੇ ਪਰਜਾ ਦੇ ਉੱਤੇ ਅਤਿਆਚਾਰ ਕਰਦੇ ਨੇ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਉਹ ਸਮੇਂ ਦੀਆਂ ਹਕੂਮਤਾਂ ਨੇ ਤੇ ਸਮੇਂ ਦੇ ਉਹਨਾਂ ਦੇ ਅਹਿਲਕਾਰਾਂ ਨੇ ਜ਼ੁਲਮ ਅਤਿਆਚਾਰ ਕਿਵੇਂ ਕੀਤੇ, ਕਿਵੇਂ ਕਰਨੇ, ਇਹ ਆਉਣ ਵਾਲੇ ਦਿਨਾਂ 'ਚ ਆਪਾਂ ਸਾਰਿਆਂ ਨੇ ਪ੍ਰਸੰਗ ਅਗਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਨਾ ਹੈ। ਲੇਕਿਨ ਅੱਜ ਦਾ ਜਿਹੜਾ ਪ੍ਰਸੰਗ ਹੈ, ਮੈਨੂੰ ਪਹਿਲੇ ਹੀ ਇਹਨਾਂ ਨੇ ਹੁਕਮ ਲਾ ਦਿੱਤਾ ਸੀ ਤੇ ਮੈਂ ਤਾਂ ਥੋੜਾ ਜਿਹਾ ਸਪੀਡ ਵਿੱਚ ਆਪ ਜੀ ਨਾਲ ਇਤਿਹਾਸ ਦਾ ਪ੍ਰਸੰਗ ਜਿਹੜਾ ਹੈ ਉਹ ਪੂਰਾ ਹੋ ਜਾਵੇ। ਤੇ ਇਹ ਵੀ ਸੀ ਕਿ ਅੱਜ ਜਿਹੜੇ ਪੁਰਖਿਆਂ ਨੇ ਜਦੋਂ ਕਾਹਨੂੰ ਆਣ ਦੇ ਸ਼ੰਭ ਵਿੱਚ 3 ਮਹੀਨੇ ਇਹ ਯੁੱਧ ਚੱਲਦਾ ਰਿਹਾ ਸੰਗਤ ਜੀ, 3 ਮਹੀਨੇ ਤੱਕ, ਤੇ ਹਕੂਮਤਾਂ ਦੇ ਛੱਕੇ ਛੁੱਟ ਗਏ ਕਿ ਮੁੱਠੀ ਭਰ ਸਿੱਖ ਕਾਬੂ ਨਹੀਂ ਆਉਂਦੇ। ਉਹਦਾ ਕਾਰਨ ਇਹ ਸੀ ਕਿ ਉੱਥੇ ਨਾ ਜੀ ਦਲਦਲ ਹੁੰਦੀ ਸੀ ਤੇ ਉਸ ਦਲਦਲ ਦੇ ਵਿੱਚ ਹਰ ਇੱਕ ਨੂੰ ਤੁਰਨ ਦੀ ਜਾਂਚ ਨਹੀਂ ਹੁੰਦੀ। ਦਲਦਲ ਦੇ ਵਿੱਚ ਥੋੜੀ ਦੇਰ ਪੈਰ, ਜਿਨ੍ਹਾਂ ਨੇ ਕਿਸੇ ਨੇ ਤੁਰ ਕੇ ਦੇਖਿਆ ਹੋਵੇ, ਜਾਂ ਵੈਸੇ ਅੱਜ ਤੇ ਪਹਿਲੀ ਗੱਲ ਕਿ ਸਾਡੀ ਜੰਗ ਜਨਰੇਸ਼ਨ ਨੂੰ ਦਲਦਲ ਦਾ ਤੇ ਕੋਈ ਪਤਾ ਨਹੀਂ, ਲੇਕਿਨ ਮੋਬਾਈਲ ਦੀਆਂ ਗੇਮਾਂ ਦਾ, ਹੋਰ ਪੁੱਠੇ ਸਿੱਧੇ ਗਾਣਿਆਂ ਦਾ, ਹੋਰ ਬੇਅੰਤ ਗੱਲਾਂ ਇਹਨਾਂ ਨੂੰ ਬੇਸ਼ੱਕ ਆ ਗਈਆਂ, ਪਰ ਕੁਝ ਚੀਜ਼ਾਂ ਸਾਡੀਆਂ ਜਿਹੜੀਆਂ ਪੁਰਾਤਨ ਸੀ ਉਹ ਸਾਨੂੰ ਭੁੱਲ ਵੀ ਗਈਆਂ, ਵਿਸਰ ਵੀ ਗਈਆਂ, ਉਹਦੇ ਨਾਲੋਂ ਸੰਬੰਧ ਵੀ ਟੁੱਟ ਗਏ। ਦਲਦਲ ਇੱਕ ਐਸੀ ਜ਼ਮੀਨ ਸੀ ਜਿਸ ਜ਼ਮੀਨ ਦੇ ਉੱਤੇ ਪੈਰ ਰੱਖੋ ਤੇ ਥੱਲੇ ਧੱਸ ਜਾਂਦਾ ਸੀ, ਬੰਦਾ ਥੱਲੇ ਖੁੱਭ ਜਾਂਦਾ ਸੀ, ਨੀਚੇ ਚਲਿਆ ਜਾਂਦਾ ਸੀ, ਉਹਦੇ ਤੋਂ ਅੱਗੇ ਤੁਰਿਆ ਹੀ ਨਹੀਂ ਸੀ ਜਾਂਦਾ। ਤੇ ਜਿਹੜੇ ਖਾਲਸਾ ਪੰਥ ਸੀ ਨਾ ਜੀ, ਉਹਨੂੰ ਤੁਰਨ ਦੀ ਇੰਨੀ ਇਜਾਜ਼ਤ ਸੀ, ਉਹ ਆਪਣੇ ਇਸ ਤਰੀਕੇ ਨਾਲ ਤੁਰਦੇ ਸੀ ਕਿ ਉਹਦੇ ਉੱਤੇ ਦੌੜ ਲੈਂਦੇ ਸਨ, ਤੇ ਜਿਹੜੀ ਫੌਜ ਮਗਰ ਜਾਂਦੀ ਸੀ ਉਹਦੇ ਵਿੱਚ ਹੀ ਬਹੁਤੀ ਫਸ ਜਾਂਦੀ ਸੀ। ਫਿਰ ਅਖੀਰ ਤੇ ਉਸ ਜੰਗਲ ਨੂੰ ਅੱਗ ਲਾ ਕੇ ਜਿਹੜੇ ਖਾਲਸੇ ਸਨ, ਪੰਥ ਸਨ, ਜਿਹੜਾ ਉਸ ਵਕਤ ਸਾਡੀ ਸਿੰਘ ਉਹਦੇ ਵਿੱਚ ਰਹਿੰਦੇ ਸਨ, ਸਾਰਿਆਂ ਨੂੰ ਅੱਗ ਲਾ ਕੇ ਜੰਗਲ ਨੂੰ ਸਾੜਿਆ ਗਿਆ ਸੀ। ਇਸ ਤਰੀਕੇ ਦੇ ਨਾਲ ਅਤਿਆਚਾਰ ਜ਼ੁਲਮ ਹਕੂਮਤਾਂ ਨੇ ਕੀਤੇ। ਹਕੂਮਤਾਂ ਨੇ ਜ਼ੁਲਮ ਇੱਕ ਸਮਾਂ ਨਹੀਂ, ਬੜਿਆਂ ਸਮਿਆਂ ਤੇ ਢਾਏ। ਸਾਡੇ ਆਪਾਂ ਸਾਹਿਬਜ਼ਾਦਿਆਂ ਦਾ ਇਤਿਹਾਸ ਵੀ ਤੇ ਪੜ੍ਹਦੇ ਹਾਂ ਨਾ ਜੀ, ਤੇ ਤਾਂ ਹੀ ਤੇ ਵਿਦਵਾਨ ਨੇ ਲਿਖਿਆ ਹੈ, ਕਹਿੰਦਾ ਤਾਜ ਮਹਿਲਾਂ ਨੂੰ ਠੁੰਮਣੇ ਲੱਖ ਦਈਏ, ਚੜ੍ਹਤ ਫੇਰ ਵੀ ਉਸ ਦੀ ਸਖਣੀ ਹੈ, ਢੱਠੀ ਕੰਧ ਸਰਹੰਦ ਦੀ ਹਸ਼ਰ ਤੀਕਰ, ਉੱਚੀ ਪੱਗ ਪਰ ਕੌਮ ਦੀ ਰੱਖਣੀ ਹੈ। ਬੜਾ ਪਿਆਰ ਵਾਲੇ ਬਚਨ ਵਿਦਵਾਨਾਂ ਨੇ ਸਾਨੂੰ ਦੱਸੇ ਨੇ, ਦਿੱਤੇ ਨੇ। ਮੈਂ ਇਹ ਗੱਲ ਕਹਿ ਦੇਵਾਂ ਕਿ ਸ਼ਹਾਦਤ ਵਿੱਚੋਂ ਨਿਕਲਦਾ ਕੀ ਹੈ, ਅਸਲ ਵਿੱਚ ਕੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਚੋਂ ਕੀ ਨਿਕਲਿਆ ਜੀ? ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਚੋਂ ਸ੍ਰੀ ਅਕਾਲ ਤਖਤ ਸਾਹਿਬ ਨਿਕਲਿਆ ਹੈ, ਤਖਤ ਬਣਿਆ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਚੋਂ ਤਖਤ ਬਣਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਚੋਂ ਖਾਲਸਾ ਪੰਥ ਬਣੇ, ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਚੋਂ ਖਾਲਸਾ ਰਾਜ ਬਣੇ। ਇਹ ਪ੍ਰਾਪਤੀ ਹੈ ਤੁਹਾਡੀ ਜੀ। ਸ਼ਹਾਦਤ ਸਬਰ ਤੋਂ ਸ਼ੁਰੂ ਹੁੰਦੀ ਹੈ ਜੰਗ, ਤੇ ਜ਼ਬਰ ਨਾਲ ਮੁਕਾਬਲੇ ਕਰਦੀ ਕਰਦੀ ਰਾਜ ਤੱਕ ਪਹੁੰਚ ਜਾਂਦੀ ਹੈ। ਇਹ ਉੱਚੀਆਂ ਮੰਜ਼ਲਾਂ ਤੱਕ ਪਹੁੰਚ ਜਾਂਦੀ ਹੈ। ਲੇਕਿਨ ਇਹਦੇ ਪਿੱਛੇ ਇੱਕ ਕਾਰਨ ਹੋਰ ਜਿਹੜਾ ਹੈ, ਉਹ ਵਿਸ਼ੇਸ਼ ਜਿਹੜਾ ਸਾਡੇ ਜਿਹਨ ਵਿੱਚੋਂ ਮੈਂ ਦੱਸਣਾ ਚਾਹੁੰਦਾ ਨਿਕਲ ਚੁੱਕਾ ਹੈ। ਉਹ ਕੀ ਹੈ? ਕਿਸੇ ਵਿਦਵਾਨ ਦੇ ਬੋਲ ਹੀ ਨੇ ਜੀ, ਬੜੇ ਪਿਆਰੇ ਨੇ। ਕਹਿੰਦਾ ਤੁਰੋ ਤੁਰਨਾ ਹੀ ਜ਼ਿੰਦਗੀ ਹੈ, ਕਹਿੰਦਾ ਤੁਰੋ ਤੁਰਨਾ ਹੀ ਜ਼ਿੰਦਗੀ ਹੈ। ਖਲੋਤੀ ਬੂੰਦ, ਪਾਣੀ ਦੀ ਬੂੰਦ ਖਲੋ ਜਾਵੇ ਨਾ ਜੀ, ਖਲੋਤੀ ਬੂੰਦ ਬਣੇ ਵਿਸ, ਵਿਸ ਮੀਨਸ ਜ਼ਹਿਰ। ਪਾਣੀ ਦੀ ਬੂੰਦ ਕਿਤੇ ਕਿਸੇ ਜਗ੍ਹਾ ਦੇ ਉੱਤੇ ਖਲੋ ਜਾਵੇ ਤੇ ਉਹ ਜ਼ਹਿਰ ਬਣ ਜਾਂਦੀ ਹੈ। ਜਾਂ ਕਹਿੰਦਾ ਵੱਧ ਤੋਂ ਵੱਧ ਚਮਕਦਾ ਮੋਤੀ, ਜਾਂ ਉਹ ਵੱਧ ਤੋਂ ਵੱਧ ਚਮਕਦਾ ਹੋਇਆ ਮੋਤੀ ਬਣ ਜਾਂਦਾ ਹੈ। ਲੇਕਿਨ ਕੀ ਕਹਿੰਦਾ ਹੈ? ਕਹਿੰਦਾ ਤੁਰੋ ਤੁਰਨਾ ਹੀ ਜ਼ਿੰਦਗੀ ਹੈ, ਖਲੋਤੀ ਬੂੰਦ ਬਣੇ ਵਿਸ, ਜਾਂ ਵੱਧ ਤੋਂ ਵੱਧ ਚਮਕਦਾ ਮੋਤੀ। ਤੁਰਨ ਜੇ ਇਕੱਠੀਆਂ ਹੋ ਕੇ ਬੂੰਦਾਂ, ਜੇ ਇਹ ਪਾਣੀ ਦੀਆਂ ਬੂੰਦਾਂ ਇਕੱਠੀਆਂ ਹੋ ਕੇ ਤੁਰ ਪੈਣ, ਬਣ ਜਾਏ ਸ਼ੂਕ ਦਾ ਦਰਿਆ। ਕਹਿੰਦੇ ਇਹ ਸ਼ੂਕ ਦਾ ਦਰਿਆ ਬਣ ਜਾਂਦਾ, ਫਿਰ ਢਾਹ ਲਾ ਦਿੰਦਾ। ਇਸੇ ਤਰ੍ਹਾਂ ਖਾਲਸਾ ਪੰਥ, ਜੇ ਅਸੀਂ ਕੱਲੇ ਕੱਲੇ ਬਿਖਰੇ ਰਵਾਂਗੇ ਨਾ ਜੀ, ਤੇ ਅਸੀਂ ਨੁਕਸਾਨ ਉਠਾਵਾਂਗੇ। ਅਸੀਂ ਸਾਡੀਆਂ ਭਾਈਚਾਰਕ ਸਾਂਝਾਂ ਪੱਕੀਆਂ ਕਰਨੀਆਂ ਬਣਦੀਆਂ ਨੇ। ਇੱਕ ਪੱਖ ਤੇ ਇਹ ਹੈ ਕਿ ਅਸੀਂ ਭਾਈਚਾਰਕ ਸਾਂਝਾਂ ਪੱਕੀਆਂ ਕਰਨੀਆਂ ਨੇ। ਦੂਸਰੀ ਬੇਨਤੀ ਹੈ ਕਿ ਅੱਜ ਸਾਡੇ ਜਿਹੜੇ ਬੱਚੇ ਨੇ ਨਾ ਜੀ, ਉਹ ਬਹੁਤਾਤ ਬੱਚੇ, ਸਾਡੀ ਨਵੀਂ ਜਨਰੇਸ਼ਨ ਜਿਹੜੀ ਹੈ, ਉਹ ਨਸ਼ਿਆਂ ਵਿੱਚ ਕੁਛ ਤੇ ਚਲੀ ਗਈ, ਲੇਕਿਨ ਜਿਹੜੇ ਨਸ਼ਿਆਂ ਤੋਂ ਬਚੇ ਵੀ ਹੈ ਨਾ, ਉਹ ਵਿਸ਼ਿਆਂ ਵਿੱਚ ਚਲੀ ਗਈ ਹੈ। ਉਹਨਾਂ ਦਾ ਜੀਵਨ ਵੀ ਬਰਬਾਦੀ ਦੇ ਰਾਹ ਤੇ ਜਾ ਚੁੱਕਾ ਹੋਇਆ ਹੈ। ਕਈ ਵਾਰ ਸਾਨੂੰ ਲੱਗਦਾ ਹੈ ਬੱਚਾ ਨਸ਼ਾ ਕੋਈ ਨਹੀਂ ਕਰਦਾ, ਪਰ ਇੱਕ ਨਸ਼ਾ ਉਹਨੂੰ ਵੀ ਲੱਗਾ ਹੋਇਆ ਹੈ।
ਤੇ ਸਾਡੇ ਬੱਚਿਆਂ ਕੋਲ ਜੇ ਅਸੀਂ ਉਹਨਾਂ ਨੂੰ ਚੰਗੀ ਐਜੂਕੇਸ਼ਨ ਜਿੱਥੇ ਦੇਣ ਦਾ ਯਤਨ ਕਰ ਰਹੇ ਨਾ ਜੀ, ਮੁਬਾਰਕ ਹੈ, ਉਹਨਾਂ ਨੂੰ ਚੰਗੇ ਡਾਕਟਰ ਬਣਾਓ, ਸਾਇੰਟਿਸਟ ਬਣਾਓ, ਇੰਜੀਨੀਅਰ ਬਣਾਓ, ਲੇਕਿਨ ਉਹਦੇ ਨਾਲ ਨਾਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹਨਾਂ ਨੂੰ ਚੰਗੇ ਇਨਸਾਨ ਬਣਾਉਣਾ। ਤੇ ਜੇ ਚੰਗੇ ਇਨਸਾਨ ਬਣਾਉਣਾ ਹੈ ਤੇ ਫਿਰ ਚੰਗੇ ਇਨਸਾਨ ਬਣਾਉਣ ਵਾਸਤੇ ਕੀ ਕਰਨਾ ਪਏਗਾ ਜੀ? ਉਹਨਾਂ ਨੂੰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜਨਾ ਪਏਗਾ, ਗੁਰੂ ਕੀ ਬਾਣੀ ਪੜ੍ਹਾਉਣੀ ਪਏਗੀ ਉਹਨਾਂ ਦੇ ਅੰਦਰ। ਜਦ ਤੱਕ ਹਿਰਦੇ ਵਿੱਚ ਗੁਰੂ ਕੀ ਬਾਣੀ ਨਹੀਂ, ਅੱਜ ਮੈਂ ਵੀ ਦੇਖਦਾ ਹਾਂ ਅੰਮ੍ਰਿਤਸਰ 'ਚ ਵੀ ਔਰ ਅੰਮ੍ਰਿਤਸਰ ਤੋਂ ਬਾਹਰ ਪੰਜਾਬ ਵਿੱਚ ਬਹੁਤ ਸਾਰੇ ਬਿਰਧ ਆਸ਼ਰਮ ਖੁੱਲ ਰਹੇ ਨੇ। ਬਿਰਧ ਆਸ਼ਰਮ ਕਿਉਂ ਖੁੱਲ ਰਹੇ ਜੀ? ਇਹਦਾ ਕਾਰਨ ਇੱਕੋ ਇੱਕ ਹੈ ਕਿ ਘਰਾਂ ਵਿੱਚ ਬਜ਼ੁਰਗਾਂ ਦੀ ਸੇਵਾ ਜਿਹੜੀ ਹੈ ਉਹ ਨਹੀਂ ਰਹੀ। ਘਰਾਂ ਵਿੱਚ ਬਜ਼ੁਰਗਾਂ ਦੀ ਸੇਵਾ ਸਾਨੂੰ ਭਾਰੀ ਲੱਗਣ ਲੱਗ ਗਈ, ਮੁਸ਼ਕਲ ਵਿੱਚ ਲੱਗਣ ਲੱਗ ਗਈ ਹੈ, ਇਸ ਕਰਕੇ ਬਿਰਧ ਆਸ਼ਰਮ ਖੁੱਲ ਰਹੇ ਨੇ। ਤੇ ਇਹਦਾ ਮਤਲਬ ਕਿ ਅਸੀਂ ਕਿਸੇ ਨਾ ਕਿਤੇ ਕੋਈ ਨਾ ਕੋਈ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪੁਰਖਿਆਂ ਦੀ, ਆਪਣੇ ਵੱਡ ਵਡੇਰਿਆਂ ਦੀ ਸੇਵਾ ਕਰਨੀ ਸਿਖਾਈ ਨਹੀਂ, ਬਾਣੀ ਨਾਲ ਜੋੜਿਆ ਨਹੀਂ। ਜੇ ਤੇ ਗੁਰੂ ਕੀ ਬਾਣੀ ਪੜ੍ਹੀ ਹੋਵੇ ਤੇ ਫਿਰ ਅਸੀਂ ਉਹ ਜਿਹੜੇ ਮਾਂ-ਬਾਪ ਬਿਰਧ ਘਰਾਂ ਵਿੱਚ ਜਾਂ ਬਿਰਧ ਆਸ਼ਰਮਾਂ ਵਿੱਚ ਆਪਣਾ ਜੀਵਨ ਬਤੀਤ ਕਰਦੇ, ਫਿਰ ਉਹਨਾਂ ਦੇ ਭੋਗ ਤੇ ਅਸੀਂ ਵੱਡੇ ਵੱਡੇ ਲੰਗਰ ਵੀ ਲਾਈ ਜਾਂਦੇ ਹਾਂ, ਵੱਡੇ ਵੱਡੇ ਲੰਗਰ ਵੀ ਲਾਏ ਜਾਂਦੇ। ਇਹਦਾ ਮਤਲਬ ਕੀ ਹੋਇਆ ਕਿ ਅਸੀਂ ਆਪਣੇ ਬੱਚਿਆਂ ਦੇ ਅੰਦਰ ਉਹ ਚੀਜ਼ ਨਹੀਂ ਪਾ ਸਕੀ, ਕੇਵਲ ਪੈਸਾ ਕਮਾਉਣ ਵਾਲੀਆਂ ਮਸ਼ੀਨਾਂ ਹੀ ਬਣਾ ਲਈਆਂ। ਬੱਚਿਆਂ ਨੂੰ ਪੈਸਾ ਕਮਾਉਣ ਵਾਲੀਆਂ ਮਸ਼ੀਨਾਂ ਨਾ ਬਣਾਇਆ ਜੇ, ਉਹਨਾਂ ਨੂੰ ਇੱਕ ਸੁਚੱਜਾ ਜੀਵਨ ਜਾਚ, ਤੇ ਜੀਵਨ ਜਾਚ ਕੇਵਲ ਗੁਰੂ ਕੀ ਬਾਣੀ ਤੋਂ ਆਏਗੀ। ਬਾਣੀ ਉਹਨਾਂ ਦੇ ਪੱਲੇ ਤਾਂ ਪੈਣੀ ਹੈ ਜੇ ਉਹਨਾਂ ਕੋਲ ਸਾਡੀ ਮਾਂ ਬੋਲੀ ਹੋਏਗੀ। ਜੇ ਉਹਨਾਂ ਦੇ ਕੋਲ ਸਾਡੀ ਮਾਂ ਬੋਲੀ ਹੋਏਗੀ, ਮਾਤ ਭਾਸ਼ਾ ਹੋਏਗੀ। ਸਾਡੇ ਕੋਲ ਤਾਂ ਸਾਡੀ ਮਾਂ ਬੋਲੀ ਨਹੀਂ ਰਹੀ। ਸਭ ਤੋਂ ਪਹਿਲਾਂ ਤੁਹਾਡੇ ਕੋਲੋਂ, ਤੁਹਾਡੇ ਬੱਚਿਆਂ ਕੋਲੋਂ, ਉਹਨਾਂ ਦੇ ਕੋਲੋਂ ਮਾਂ ਬੋਲੀ ਖੋਈ ਗਈ। ਜਹਾਜ਼ ਭਰ ਭਰ ਕੇ ਅੱਜ ਅਸੀਂ ਵਿਦੇਸ਼ਾਂ ਨੂੰ ਤੋਰ ਰਹੇ ਹਾਂ, ਬੜੇ ਚਾਵਾਂ ਨਾਲ ਤੋਰ ਰਹੇ ਹਾਂ। ਮੈਂ ਨਹੀਂ ਕਹਿੰਦਾ ਨਾ ਤੋਰੋ, ਭੇਜੋ, ਪਰ ਕਿਤੇ ਨਾ ਕਿਤੇ ਫਿਰ ਬਜ਼ੁਰਗ ਮਾਂ-ਬਾਪ ਮੋਢੇ ਤੇ ਹੱਥ ਰੱਖਣ ਲਈ ਵੀ ਲੱਭਦੇ ਵੀ ਹੁਣ ਮੋਢਾ ਕਿਹਦਾ ਲਈਏ। ਇਹ ਹਾਲਾਤ ਵੀ ਪੈਦਾ ਹੋ ਰਹੇ ਜੇ, ਇਸ ਕਰਕੇ ਯਤਨ ਕਰੋ। ਮੈਂ ਬਹੁਤ ਵਾਰ ਇਹ ਅਕਸਰ ਹੀ ਗੱਲ ਕਹਿੰਦਾ ਰਹਿਣਾ ਸੰਗਤ ਜੀ, ਜੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣਾ ਹੈ ਨਾ ਤੇ ਫਿਰ 2-2 ਬੱਚੇ ਆਪਣੇ ਕੋਲ ਵੀ ਰੱਖ ਲਓ, ਆਪਣੀ ਪਾਪੂਲੇਸ਼ਨ ਵਧਾ ਲਓ, ਕੀ ਫਰਕ ਪੈਂਦਾ ਹੈ। ਸੋ ਆਪਾਂ ਨੂੰ ਆਪਣੇ ਜਿਹੜਾ ਹੈ ਇਸ ਗੱਲ ਵੱਲ ਗੌਰ ਕਰਨਾ ਚਾਹੀਦਾ ਹੈ। ਬੱਚਿਆਂ ਦੇ ਅੰਦਰ ਗੁਰੂ ਕੀ ਬਾਣੀ, ਗੁਰੂ ਕਾ ਇਤਿਹਾਸ ਉਹਨਾਂ ਦੀ ਆਤਮਾ ਵਿੱਚ ਸੰਜੋ ਦਿਓ, ਯਤਨ ਕਰੋ। ਮੈਂ ਛੋਟਾ ਹੁੰਦਾ ਸੀ, ਇੱਕ ਗੱਲ ਦੱਸਣੀ ਚਾਹਾਂਗਾ, ਤੇ ਸਕੂਲੋਂ ਆ ਰਿਹਾ ਸੀ ਇੱਕ ਦਿਨ, ਤੇ ਰਸਤੇ ਦੇ ਵਿੱਚ ਬਿਜਲੀ ਘਰ ਵਿੱਚ ਡਿਊਟੀ ਕਰਨ ਵਾਲਾ ਇੱਕ ਬਿਜਲੀ ਮਹਿਕਮੇ ਦਾ ਮੁਲਾਜ਼ਮ ਅਨਪੜ੍ਹ ਸੀ, ਮੈਨੂੰ ਆਵਾਜ਼ ਮਾਰੀ ਤੇ ਕਹਿਣ ਲੱਗਾ ਕਿ ਮੈਂ ਤੁਹਾਡੇ ਕੋਲੋਂ ਇੱਕ ਬੇਨਤੀ ਕਰਨੀ। ਮੈਂ ਕਿਹਾ ਜੀ ਤੁਸੀਂ ਵੱਡੇ ਥੋੜੀ ਬੇਨਤੀ ਕਰਦੇ। ਕਹਿੰਦੇ ਨਹੀਂ, ਉਹਨਾਂ ਨੇ ਮੈਨੂੰ ਥੋੜਾ ਜਿਹਾ ਖਾਣ ਪੀਣ ਲਈ ਦਿੱਤੇ, ਤੇ ਬੱਚਿਆਂ ਨੂੰ ਜੀ ਖਾਣ ਦਾ ਲਾਲਚ ਹੁੰਦਾ, ਖਾਣ ਪੀਣ ਲਈ ਕੁਝ ਪਦਾਰਥ ਦਿੱਤੇ, ਟੌਫੀਆਂ ਦਿੱਤੀਆਂ। ਮੈਂ ਬੜਾ ਖੁਸ਼ ਹੋਇਆ। ਮੈਂ ਕਿਹਾ ਦੱਸੋ, ਚਾਅ ਨਾਲ। ਕਹਿੰਦਾ ਇਹ ਕੱਲ ਤੋਂ ਤੁਸੀਂ ਮੇਰੇ ਕੋਲ ਰੋਜ਼ ਆਉਣਾ, ਜੋ ਕਹੇਗਾ ਤੈਨੂੰ ਖਵਾਵਾਂਗਾ, ਪਰ ਇੱਕ ਮੈਨੂੰ ਤੁਸੀਂ ਰੋਜ਼ ਦੀ ਸਾਖੀ ਸੁਣਾਉਣੀ। ਮੈਂ ਕਿਹਾ ਮੈਨੂੰ ਤੇ ਸਾਖੀ ਆਂਦੀ ਕੋਈ ਨਹੀਂ। ਕਹਿੰਦਾ ਮੈਂ ਤੁਹਾਨੂੰ ਦਵਾਂਗਾ, ਤੂੰ ਉਹ ਤੋਂ ਪੜ੍ਹ ਕੇ ਸੁਣਾਉਣੀ ਹੈ, 10-15 ਮਿੰਟ ਮੈਨੂੰ ਦੇਣਾ ਹੈ। ਰੋਜ਼ ਉਹਨੇ ਆਪਣੇ ਘਰ ਵਿੱਚ, ਆਪਣੇ ਦਫ਼ਤਰ ਵਿੱਚ ਉੱਥੇ ਬੈਠ ਕੇ ਨਾਲ ਉਹਨੇ ਡਿਊਟੀ ਕਰੀ ਜਾਣੀ, ਤੇ ਇੱਕ ਸਾਖੀ 15-20 ਮਿੰਟ ਵਿੱਚ ਮੇਰੇ ਕੋਲੋਂ ਸੁਣਨੀ, ਤੇ ਮੈਨੂੰ ਰੋਜ਼ ਖਾਣ ਲਈ ਪਦਾਰਥ ਦੇਣੇ। ਮੈਂ ਪਦਾਰਥਾਂ ਦੇ ਲਾਲਚ ਵਿੱਚ ਸਾਰੀ ਜਨਮ ਸਾਖੀ ਪੜ੍ਹ ਗਿਆ। ਇਹ ਹੈ ਤਰੀਕਾ, ਬੱਚੇ ਨੂੰ ਖਾਣ ਦਾ ਲਾਲਚ ਦਿਓ, ਪੁੱਤ ਇੱਕ ਸਾਖੀ ਸੁਣਾ ਦੇ ਮੈਨੂੰ। ਜੇ ਅਸੀਂ ਇਸ ਤਰੀਕੇ ਨਾਲ ਯਤਨ ਕਰੀਏ, ਭੈਣੋ ਤੁਸੀਂ ਖਾਸ ਕਰਕੇ ਬੀਬੀਆਂ ਮਾਤਾਵਾਂ ਭੈਣਾਂ ਬੈਠੀਆਂ, ਇੱਕ ਤੁਕ ਗੁਰਬਾਣੀ ਦੀ ਸਕੂਲ ਜਾਣ ਲੱਗਿਆਂ ਬੱਚੇ ਨੂੰ ਕੰਠ ਕਰਾਉਣੀ ਰੋਜ਼, ਇੱਕ ਤੁਕ। ਸੋਚੈ ਸੋਚ ਨਾ ਹੋ ਬਾਈ, ਜੇ ਸੋਚੀ ਲੱਖ ਵਾਰ। ਇੱਕ ਤੁਕ ਰੋਜ਼ ਯਾਦ ਕਰਾਓਗੇ, 1 ਸਾਲ ਵਿੱਚ ਜਪਜੀ ਸਾਹਿਬ ਕੰਠ ਹੋ ਜਾਏਗਾ, ਤੇ ਔਰ ਉਹਨੂੰ 5 ਸਾਲਾਂ ਵਿੱਚ 7 ਬਾਣੀਆਂ ਕੰਠ ਹੋ ਜਾਣਗੀਆਂ, 20 ਸਾਲਾਂ ਵਿੱਚ 30 ਬਾਣੀਆਂ ਕੰਠ ਕਰ ਜਾਵੇਗਾ ਬੱਚਾ। 20 ਸਾਲਾਂ ਵਿੱਚ 30 ਬਾਣੀਆਂ ਪ੍ਰੇਮ ਨਾਲ ਇੱਕ ਤੁਕ ਰੋਜ਼ ਦੀ ਕੰਠ ਕਰਾਉਂਦੇ ਜਾਓਗੇ, ਤੇ ਇੱਕ ਸਾਖੀ ਰੋਜ਼ ਦੀ ਰਾਤ ਨੂੰ ਬੈਠ ਕੇ ਸਰਵਣ ਕਰਦੇ ਰਹੋ ਉਹਦੇ ਤੋਂ, ਤੇ ਉਹਨੂੰ 20 ਸਾਲਾਂ ਤੱਕ ਸਾਰੀ ਜਨਮ ਸਾਖੀ ਜ਼ਬਾਨੀ ਯਾਦ ਹੋ ਸਕਦੀ ਜੇ ਆਪਾਂ ਯਤਨ ਕਰੀਏ। ਸੋ ਥੋੜਾ ਜਿਹਾ ਉਪਰਾਲਾ ਕਰਨਾ ਹੈ, ਬੱਚਿਆਂ ਨੂੰ ਬਾਣੀ ਨਾਲ ਜੋੜੋ, ਇਤਿਹਾਸ ਨਾਲ ਜੋੜੋ। ਆਪਣੇ ਬੱਚਿਆਂ ਨੂੰ ਜੇ ਨਰੋਆ ਜੀਵਨ ਨਾ ਦਿੱਤਾ, ਉਹ ਵਿਸ਼ਿਆਂ ਵਿੱਚ, ਨਸ਼ਿਆਂ ਵਿੱਚ ਗਰਕ ਹੋ ਕੇ ਆਪਣਾ ਜੀਵਨ ਬਰਬਾਦੀ ਵੱਲ ਲੈ ਕੇ ਚਲੇ ਜਾਣਗੇ। ਇਸ ਕਰਕੇ ਮੇਰੀ ਅਦਬ ਸਹਿਤ ਬੇਨਤੀ ਹੈ, ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਸਾਨੂੰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੈ।
ਸੰਗਤ ਜੀ। ਤੇ ਇਸ ਦਾਤੇ ਦੇ ਚਰਨਾਂ 'ਚ ਇਹ ਬਾਣੀ ਅੰਮ੍ਰਿਤ ਦਾ ਖਜ਼ਾਨਾ ਹੈ। ਇਹ ਮਿਸ਼ਰੀ ਨਾਲੋਂ ਮਿੱਠੀ ਹੈ, ਸ਼ਹਿਦ ਨਾਲੋਂ ਮਿੱਠੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਵੀ ਜਿੱਥੋਂ ਵੀ ਪੜ੍ਹਨੀ ਸ਼ੁਰੂ ਕਰ ਦਿਓ, ਦੇਖੋ ਆਨੰਦ ਆਉਂਦਾ ਕਿ ਨਹੀਂ। ਸਰਵਣ ਕਰਨੀ ਸ਼ੁਰੂ ਕਰ ਦਿਓ, ਆਨੰਦ ਆਉਂਦਾ ਕਿ ਨਹੀਂ। ਆਤਮਾ ਨੂੰ ਸ਼ਾਂਤੀ, ਚੈਨ ਆਉਂਦਾ ਕਿ ਨਹੀਂ। ਜਿਹੜਾ ਚੈਨ ਹਿੱਲ ਸਟੇਸ਼ਨਾਂ ਤੇ, ਬਗੀਚਿਆਂ ਵਿੱਚ, ਸੈਰਗਾਹਾਂ ਤੇ ਜਾ ਕੇ ਨਹੀਂ ਮਿਲਦਾ, ਉਹ ਗੁਰੂ ਕੀ ਸ਼ਰਨ ਵਿੱਚ, ਗੁਰੂ ਕੀ ਗੋਦ ਵਿੱਚ ਉਹ ਚੈਨ ਨਸੀਬ ਹੁੰਦਾ ਹੈ। ਇਸ ਕਰਕੇ ਯਤਨ ਕਰੀਏ ਕਿ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੀਏ। ਜੇ ਸਾਨੂੰ ਮਿਲਦਾ ਤੇ ਚੈਨ ਸਭ ਨੂੰ ਮਿਲੇਗਾ। ਜੇ ਇਹ ਕਰੋਗੇ ਤੇ ਇੱਕ ਦਿਨ ਉਹ ਆਵੇਗਾ ਜਿਹੜੇ ਬੱਚੇ ਗੁਰੂ ਨਾਲ ਜੁੜ ਜਾਣਗੇ, ਦੁਨੀਆ ਦੇ ਲੋਕ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਣ ਲਈ ਆਉਣਗੇ, ਉਹਨਾਂ ਨੂੰ ਨਮਸਕਾਰਾਂ ਕਰਨਗੇ, ਉਹਨਾਂ ਦੀ ਪੂਜਾ ਕਰਨਗੇ। ਕਿਉਂਕਿ ਅੱਜ ਦੀ ਤਾਰੀਖ ਵਿੱਚ ਨਾ ਇਮਾਨਦਾਰ, ਨਾ ਚੰਗੇ ਕਰੈਕਟਰ ਕਿਰਦਾਰ ਵਾਲੇ ਲੋਕ ਲੱਭਦੇ ਕਿੱਥੇ ਆ। ਲੋਕ ਤੇ ਐਨਕਾਂ ਲਾ ਕੇ ਲੱਭਦੇ ਫਿਰਦੇ, ਦੀਵੇ ਜਗਾ ਕੇ ਚਾਨਣ ਲੈ ਕੇ ਲੱਭਦੇ ਫਿਰਦੇ ਕਿ ਸਾਨੂੰ ਇਮਾਨਦਾਰ ਬੰਦਾ ਦਫ਼ਤਰ ਲਈ ਮਿਲ ਜਾਏ, ਘਰ ਲਈ ਮਿਲ ਜਾਏ, ਜਿਹੜਾ ਬਿਲਕੁਲ ਚੰਗਾ ਕਰੈਕਟਰ ਵਾਲਾ ਤੇ ਚੰਗਾ ਇਮਾਨਦਾਰ ਹੋਵੇ। ਉਹਨਾਂ ਦੀ ਕਮੀ ਆ ਚੁੱਕੀ ਹੈ ਤੇ ਖਾਸ ਕਰਕੇ ਸਿੱਖਾਂ ਵਿੱਚ ਇਸ ਚੀਜ਼ ਦੀ ਕਮੀ ਨਹੀਂ ਰਹਿਣੀ ਚਾਹੀਦੀ। ਇਹ ਮੇਰੀ ਬੇਨਤੀ ਹੈ। ਸੋ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸਤਿਗੁਰੂ ਸੱਚੇ ਪਾਤਸ਼ਾਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ, ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦਾ ਸ਼ਹੀਦੀ ਗੁਰਪੁਰਬ ਹਰ ਸਾਲ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਤੇ ਆਪ ਜੀ ਇਸੇ ਤਰ੍ਹਾਂ ਨਿਤਾ ਪ੍ਰਤੀ ਦੀਵਾਨਾਂ ਵਿੱਚ ਸੱਜਦੇ ਹੋ, ਅੱਗੇ ਤੋਂ ਵੀ ਸੱਜਦੇ ਰਹਿਣਾ। ਤੇ ਇਹਨਾਂ ਸਮਾਗਮਾਂ ਵਿੱਚ ਆਪ ਸਾਰਿਆਂ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਆਓ ਹੁਣ ਆਪਾਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ, ਜੋ ਕੱਲ ਦੇ ਪ੍ਰਸੰਗ ਹੈ ਉਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅਗਲਾ ਪ੍ਰਸੰਗ ਕਿਵੇਂ ਜਿਹੜਾ ਹੈ ਚੰਦੂ ਜਹਾਂਗੀਰ ਤੇ ਚੰਦੂ ਦੇ ਘਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁੱਜਦੇ ਨੇ, ਅਗਲਾ ਪ੍ਰਸੰਗ ਜਿਹੜਾ ਹੈ ਉਹ ਕੱਲ ਦੇ ਦੀਵਾਨ ਵਿੱਚ ਆਪ ਸਾਰੀਆਂ ਸਿੱਖ ਸੰਗਤਾਂ ਪਿਆਰ ਸਹਿਤ ਸਰਵਣ ਕਰੋਗੇ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਪਾ ਦੇਣੀਆਂ। ਗੁਰੂ ਦੇ ਬਚਨ ਮੇਰੇ ਨਹੀਂ, ਇਤਿਹਾਸ ਦੇ ਬਚਨ, ਗੁਰੂ ਦੇ ਬਚਨ ਆਪਣੇ ਹਿਰਦੇ 'ਚ ਵਸਾ ਲੈਣੇ। ਤੇ ਇੱਕ ਅਰਦਾਸ ਸੰਗਤ ਜੀ ਮੇਰੇ ਵਾਸਤੇ ਗੁਰੂ ਚਰਨਾਂ 'ਚ ਜ਼ਰੂਰ ਕਰ ਦਿਆ ਜੇ। ਸੰਗਤ ਦੀ ਅਰਦਾਸ ਦਰਗਾਹ ਵਿੱਚ ਕਬੂਲ ਹੋ ਜਾਂਦੀ ਜੇ ਤੁਸੀਂ ਚਿੱਤ ਤੋਂ ਅਰਦਾਸ ਕਰਦੇ ਹੋ, ਸੱਚੇ ਪਾਤਸ਼ਾਹ ਬੇਸ਼ੱਕ ਗਰੀਬੀ ਦਾ ਰਾਜ ਬਖਸ਼ੀ, ਇਹ ਪਰਸੀਸ ਤੇ ਸਿੱਖੀ ਦਾ ਤਾਜ ਬਖਸ਼ੀ। ਇਹ ਅਰਦਾਸ ਮੇਰੇ ਵਾਸਤੇ ਕਰ ਦੇਣੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਗੁਰੂ ਫਤਿਹ ਦੀ ਸਾਂਝ ਕਰੀਏ। ਸ਼ਰਦਾ ਸਹਿਤ ਭਾਉ ਕੋ ਧਾਰ ਤਾਰ, ਜਾਹੇ ਸੰਗਤਾਂ ਆਨੰਦ ਕਰ ਕਰ। ਸੁਜਸ ਉਚਾਰਤ ਨਰ ਤ੍ਰਿ ਘਰ ਘਰ, ਉਪਦੇਸ਼ਤ ਨਿਤ ਸਿਮਰੋ ਹਰ ਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।